आप लिहो तुम कथा सुधारी। सतनाम श्री वाहिगुरु साहिब जी। दोहरा इस विध प्राप्त ज्ञान को अंत समाट एक चीन। कमन्यो श्री गुर के निकट दया राम संग लीन। वाहिगुरु जी का खालसा वाहिगुरु जी की फतेह। परम सन्मान जो गुरु खालसा साध संगत जी, सतगुਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ, ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਇਕਾਗਰ ਕਰੀਏ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਥਾ ਜੋ ਹਰ ਰੋਜ਼ ਆਪ ਜੀ ਬੜੇ ਪ੍ਰੇਮ ਨਾਲ ਸਰਵਣ ਕਰ ਰਹੇ ਹੋ। ਕੀਰਤਪੁਰ ਸਾਹਿਬ ਦੀ ਧਰਤੀ 'ਤੇ ਵਿਰਾਜੇ ਹੋਏ ਸਤਿਗੁਰੂ ਜੀ ਆਪਣੇ ਸਿੱਖਾਂ ਸੇਵਕਾਂ ਨੂੰ ਬੇਅੰਤ ਬਖਸ਼ਿਸ਼ਾਂ ਵੰਡ ਰਹੇ ਹਨ, ਨਿਵਾਜ ਰਹੇ ਹਨ। ਭਾਈ ਜਾਤੀ ਮਲਕ ਜੀ ਗੁਰੂ ਘਰ ਦੇ ਪੁਰੋਹਿਤ ਸਨ। ਸੂਰਬੀਰ ਬਹਾਦਰ ਯੋਧੇ, ਸ਼ਸਤਰ ਵਿੱਦਿਆ ਦੇ ਵੀ ਮਾਰਤੰਡ ਸਨ ਅਤੇ ਸ਼ਾਸਤਰ ਵਿੱਦਿਆ ਵੀ ਬ੍ਰਾਹਮਣ ਕੁਲ 'ਚ ਪੈਦਾ ਹੋਣ ਕਰਕੇ ਬਹੁਤ ਜ਼ਿਆਦਾ ਪੜ੍ਹੀ ਹੋਈ ਸੀ। ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਆਏ, ਬੇਨਤੀ ਕੀਤੀ, ਸਤਿਗੁਰੂ ਜੀ ਮੇਰਾ ਹੁਣ ਅੰਤ ਸਮਾਂ ਨੇੜੇ ਆ ਰਿਹਾ ਹੈ, ਸੋ ਮੇਰੇ ਪੁੱਤਰ ਦਇਆ ਰਾਮ ਨੂੰ ਆਪਣੀ ਸੇਵਾ ਵਿੱਚ ਲੈ ਲਵੋ ਅਤੇ ਮੈਨੂੰ ਕਿਰਪਾ ਕਰਕੇ ਮੁਕਤੀ ਦਾ ਮਾਰਗ ਸਮਝਾਓ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਜਾਤੀ ਮਲਕ ਪੁਰੋਹਿਤ ਉੱਤੇ ਬ੍ਰਹਮ ਗਿਆਨ ਦੀ ਦਾਤ ਦਿੱਤੀ ਹੈ। ਆਤਮ ਗਿਆਨ ਬ੍ਰਹਮ ਗਿਆਨ ਇੱਕੋ ਹੀ ਚੀਜ਼ ਹੈ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਹੈ। ਜਿਹੜੀ ਜੀਵ ਦੇ ਅੰਦਰ ਮੈਂ ਹਉਮੈ ਕਰਕੇ ਦਵੈਤ ਬਣੀ ਹੋਈ ਹੈ, ਪਰਮੇਸ਼ਰ ਨਾਲੋਂ ਭੇਦ ਪਿਆ ਹੋਇਆ ਹੈ, ਉਹ ਭੇਦ ਮਿਟਾ ਕੇ ਅਕਾਲ ਪੁਰਖ ਦੇ ਨਾਲ ਇੱਕਮਿਕ ਕਰ ਦੇਣਾ, ਇਹ ਗੁਰੂ ਦਾ ਕੰਮ ਹੈ। ਜਿੰਨਾ ਚਿਰ ਪੂਰਾ ਗੁਰੂ ਨਹੀਂ ਮਿਲਦਾ, ਜੀਵ ਦੀ ਅੰਦਰੋਂ ਹਉਮੈ ਦੁਬਿਧਾ ਦਵੈਤ ਦੂਰ ਨਹੀਂ ਹੁੰਦੀ, ਮੁਕਤੀ ਵੀ ਨਹੀਂ ਹੁੰਦੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਸੋ ਇਹ ਪਾਵਨ ਪਵਿੱਤਰ ਗੁਰਵਾਕ ਗੁਰੂ ਸਾਹਿਬ ਜੀ ਨੇ ਭਾਈ ਜਾਤੀ ਮਲਕ ਜੀ 'ਤੇ ਸੰਪੂਰਨ ਸਿੱਧ ਕੀਤੇ ਹਨ। ਭਾਵੇਂ ਉਹ ਵੇਦਾਂ ਸ਼ਾਸਤਰਾਂ ਦੇ ਗਿਆਤਾ ਸਨ, ਪਰ ਪੂਰੇ ਗੁਰੂ ਤੋਂ ਬਿਨਾਂ ਬ੍ਰਹਮ ਦਾ ਸਾਖਸ਼ਾਤ ਨਹੀਂ ਸੀ ਹੋਇਆ। ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ। ਨਾਮ ਦੀਆਂ ਦਾਤਾਂ ਤਾਂ ਬਹੁਤ ਚਿਰ ਤੋਂ ਦਿੱਤੀਆਂ ਹੋਈਆਂ ਸਨ। ਨਾਮ ਜਪ ਜਪ ਕੇ ਅੰਤःਕਰਨ ਬੇਨਿਰਮਲ ਹੋ ਚੁੱਕਾ ਸੀ। ਮਨ ਦੀਆਂ ਬਿਰਤੀਆਂ ਇਕਾਗਰ ਹੋ ਚੁੱਕੀਆਂ ਸਨ। ਜਿਵੇਂ ਸਾਧ ਸੰਗਤ ਜੀ ਲੋਹਾ ਗਰਮ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਹਥੌੜਾ ਮਾਰ ਕੇ ਉਹਦੀ ਜਿੱਦਾਂ ਦੀ ਵੀ ਸ਼ਕਲ ਬਣਾਉਣੀ ਚਾਹੋ ਬਣ ਜਾਂਦੀ ਹੈ। ਸੇਵਾ ਦੇ ਨਾਲ ਅਤੇ ਸਿਮਰਨ ਦੇ ਨਾਲ ਬੰਦੇ ਦੀ ਤਿਆਰੀ ਹੁੰਦੀ ਹੈ। ਜਦੋਂ ਬੰਦਾ ਪੂਰੀ ਤਰ੍ਹਾਂ ਅਧਿਕਾਰੀ ਬਣ ਜਾਂਦਾ, ਉਦੋਂ ਸਤਿਗੁਰੂ ਬ੍ਰਹਮ ਦਾ ਗਿਆਨ ਬਖਸ਼ ਕੇ ਬ੍ਰਹਮ ਰੂਪ ਹੀ ਕਰ ਦਿੰਦੇ ਹਨ। ਇਸ ਤਰ੍ਹਾਂ ਭਾਈ ਜਾਤੀ ਮਲਕ ਜੀ ਨੂੰ ਬ੍ਰਹਮ ਦਾ ਹੀ ਰੂਪ ਬਣਾ ਦਿੱਤਾ, ਵਾਹਿਗੁਰੂ ਦੇ ਨਾਲ ਅਭੇਦ ਕਰ ਦਿੱਤਾ ਅਤੇ ਮੁਕਤੀ ਦਾ ਮਾਰਗ ਖੋਲ੍ਹ ਦਿੱਤਾ। ਆਓ ਇਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਹਰਾ ਇਸ ਵਿਧ ਪ੍ਰਾਪਤ ਗਿਆਨ ਕੋ। ਇਸ ਪ੍ਰਕਾਰ ਸਤਿਗੁਰੂ ਜੀ ਕੋਲੋਂ ਜਾਤੀ ਮਲਕ ਨੇ ਬ੍ਰਹਮ ਗਿਆਨ ਪ੍ਰਾਪਤ ਕੀਤਾ ਹੈ। ਅੰਤ ਸਮਾ ਢਿਗ ਚੀਨ। ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ, ਕਿਉਂਕਿ ਸੰਸਾਰ ਦੇ ਵਿੱਚ ਆਏ ਹਾਂ, ਜੇ ਬ੍ਰਹਮ ਦੇ ਸਰੂਪ ਦੀ ਸਾਖਸ਼ਾਤਤਾ ਨਾ ਹੋਈ, ਫਿਰ ਬਾਰ ਬਾਰ ਆਵਾਂਗੇ, ਬਾਰ ਬਾਰ ਜੰਮਾ ਮਰਾਂਗੇ, 84 ਦੇ ਗੇੜੇ 'ਚ ਪੈ ਜਾਵਾਂਗੇ। ਇਸ 84 ਤੋਂ ਖਹਿੜਾ ਛੁੱਟ ਜਾਵੇ, ਮੁਕਤੀ ਹੋ ਜਾਵੇ। ਇਸ ਕਰਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ। ਗਮਨਿਓ ਸ਼੍ਰੀ ਗੁਰ ਨਿਕਟ ਕੇ। ਗੁਰੂ ਸਾਹਿਬ ਜੀ ਦੇ ਕੋਲੋਂ ਬ੍ਰਹਮ ਗਿਆਨ ਪ੍ਰਾਪਤ ਕਰਕੇ ਦਇਆ ਰਾਮ ਸੰਗ ਲੀਨ। ਭਾਈ ਦਇਆ ਰਾਮ ਆਪਣੇ ਪੁੱਤਰ ਨੂੰ ਲੈ ਕੇ ਗੁਰੂ ਸਾਹਿਬ ਕੋਲ ਆਇਆ ਹੈ। ਜੋ ਪਈ ਸ਼੍ਰੀ ਪ੍ਰਭ ਮੈਂ ਅਬ ਤਜੋ ਸਰੀਰ। ਇਹ ਸਤਿਗੁਰੂ ਜੀ
ਮੇਰਾ ਹੁਣ ਅੰਤ ਸਮਾਂ ਨੇੜੇ ਹੈ, ਬਹੁਤ ਨੇੜੇ ਹੈ। ਦਇਆ ਰਾਮ ਸਤ ਤੁਮਰੇ ਤੀਰ, ਇਹ ਮੇਰਾ ਪੁੱਤਰ ਦਇਆ ਰਾਮ ਹੈ, ਇਹ ਮੈਂ ਤੁਹਾਡੀ ਸ਼ਰਨ ਵਿੱਚ ਛੱਡ ਰਿਹਾ ਹਾਂ। ਗਹਿ ਪੁਜ ਕੋ ਰੱਖ ਨਿਜ ਪਾਸ, ਇਹ ਦਇਆ ਰਾਮ ਦੀ ਬਾਂਹ ਫੜ ਲਓ ਤੇ ਇਹਨੂੰ ਆਪਣੇ ਕੋਲ ਹੀ ਰੱਖੋ। ਸਤਿਗੁਰੂ ਜੀ, ਅਲਪ ਬੈਸ ਇਸ ਕੀ ਸੁਖ ਰਾਸ, ਇਹ ਸੱਚੇ ਪਾਤਸ਼ਾਹ ਦੀ ਉਮਰ ਛੋਟੀ ਹੈ, ਬੱਚਾ ਹੈ, ਨਿਆਣਾ ਹੈ, ਤੇ ਮੈਂ ਇਸ ਨੂੰ ਛੱਡ ਕੇ ਜਾ ਰਿਹਾ ਹਾਂ। ਤੁਸੀਂ ਇਸ ਦੇ ਪਾਲੀ ਵਾਰਸ ਹੋ, ਤੁਸੀਂ ਮਾਤਾ ਪਿਤਾ ਹੋ, ਇੱਕ ਅਲੰਬ ਰਾਵਰ ਕੋ ਅਹ, ਇੱਕ ਤੁਹਾਡਾ ਹੀ ਆਸਰਾ ਹੈ ਹੁਣ ਇਸ ਬੱਚੇ ਨੂੰ। ਸਤਿਗੁਰੂ ਜੀ, ਨਹੀਂ ਅਪਰ ਕੋ ਜਾਚਨ ਲਹ, ਮਹਾਰਾਜ ਹੋਰ ਕਿਸੇ ਕੋਲੋਂ ਮੰਗਣਾ ਨਾ ਪਵੇ, ਤੁਹਾਡੇ ਦਰ ਦੇ ਮੰਗਤੇ ਹਾਂ, ਤੁਹਾਡੇ ਤੋਂ ਜੋ ਚਾਹੀਦਾ ਮਿਲ ਜਾਂਦਾ ਹੈ। ਇਸ ਕਰਕੇ ਹੋਰ ਕਿਸੇ ਦੇ ਕੋਲੋਂ ਮੰਗੀਏ ਤਾਂ ਲਾਜ ਆਉਂਦੀ ਹੈ। ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈ ਹੈ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈ ਹੈ। ਹੋਰ ਕਿਸੇ ਕੋਲੋਂ ਮੰਗਿਆ ਸ਼ਰਮ ਆਉਂਦੀ ਹੈ। ਸਤਿਗੁਰੂ ਜੀ, ਸਤਿਗੁਰ ਕਹਿਓ ਹੋਏ ਬੜ ਭਾਗਾ, ਸਤਿਗੁਰੂ ਕਹਿਣ ਲੱਗੇ ਤੇਰਾ ਪੁੱਤਰ ਬੜੇ ਵੱਡੇ ਭਾਗਾਂ ਵਾਲਾ ਹੋਵੇਗਾ, ਦਇਆ ਰਾਮ ਦਇਆ ਦਾ ਰੂਪ ਹੋਵੇਗਾ। ਰਹਿ ਸਦਾ ਗੁਰ ਕਰ ਸੰਗ ਲਾਗਾ, ਇਹ ਸਦਾ ਹੀ ਗੁਰੂ ਘਰ ਦੇ ਨਾਲ ਲੱਗਿਆ ਰਹੇਗਾ। ਇਹ ਸਾਡਾ ਪ੍ਰੋਤ ਬਣ ਕੇ ਗੁਰੂ ਘਰ ਦਾ ਪ੍ਰੋਤ ਬਣ ਕੇ ਚੱਲੇਗਾ। ਦਸਮ ਗੁਰੂ ਹੋਵੈ ਜਸ ਕਾਲਾ, ਜਦੋਂ 10ਵੇਂ ਪਾਤਸ਼ਾਹ ਜੀ ਅਵਤਾਰ ਧਾਰਨਗੇ, ਸਾਡੇ ਪੋਤਰੇ ਹੋਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਗੱਦੀ ਤੇ ਬੈਠਣਗੇ, ਤੇਗ ਤੇਗ ਕੇ ਧਨੀ ਪਿਸਾਲਾ, ਉਹ ਬੜੇ ਪ੍ਰਤਾਪੀ ਹੋਣਗੇ। ਗੁਰੂ ਗੋਬਿੰਦ ਸਿੰਘ ਸਾਹਿਬ 10ਵੇਂ ਪਾਤਸ਼ਾਹ ਦੇਗ ਤੇਗ ਉਹਦੇ ਧਨੀ ਹੋਣਗੇ। ਮਚ ਹੈ ਘੋਰ ਸੰਗਰ ਪਟ ਲਰੈ, ਉਸ ਵੇਲੇ ਬੜੇ ਭਿਆਨਕ ਵੱਡੇ ਵੱਡੇ ਯੁੱਧ ਹੋਣਗੇ। 10ਵੇਂ ਗੁਰੂ ਸਾਹਿਬ ਜੀ ਬੜੇ ਬੜੇ ਵੱਡੇ ਯੁੱਧ ਕਰਨਗੇ, ਬੜੇ ਬੜੇ ਸੰਘਰ ਕਰਨਗੇ। ਉਹਦੇ ਵਿੱਚ, ਉਹਨਾਂ ਸੰਗਰਾਮਾਂ ਵਿੱਚ, ਉਹਨਾਂ ਜੰਗਾਂ ਵਿੱਚ ਗੁਰੂ ਘਰ ਦੇ ਸੂਰਮੇ ਬਹਾਦਰ ਯੋਧੇ ਆਪਣੀ ਤੇਗ ਦੇ ਜੌਹਰ ਵਿਖਾਣਗੇ। ਤਬ ਇਹੋ ਸ਼ਸਤਰ ਜੁਦ ਮਹਿ ਕਰੈ, ਤਾਂ ਉਸ ਵੇਲੇ ਤੇਰਾ ਇਹ ਪੁੱਤਰ ਸਾਡੇ ਪੋਤਰੇ ਗੁਰੂ ਗੋਬਿੰਦ ਸਿੰਘ ਦੀ ਫੌਜ ਦਾ ਜਰਨੈਲ ਬਣੇਗਾ, ਔਰ ਇਹ ਜੰਗ ਦੇ ਮੈਦਾਨ 'ਚ ਖੰਡਾ ਵਾਹੇਗਾ, ਯੁੱਧ ਕਰੇਗਾ। ਸਾਧ ਸੰਗਤ ਜੀ, ਗੁਰੂ ਸਾਹਿਬ 6ਵੇਂ ਪਾਤਸ਼ਾਹ ਦੇ ਬਚਨ ਪੂਰੇ ਹੋਏ। ਜਦੋਂ ਭੰਗਾਣੀ ਦਾ ਜੰਗ ਹੋਇਆ, ਭੰਗਾਣੀ ਦੇ ਜੰਗ ਵਿੱਚ ਪਹਿਲਾਂ ਤਾਂ ਗੁਰੂ ਸਾਹਿਬ ਜੀ ਨੇ 1.25 ਲੱਖ ਰੁਪਈਏ ਦਾ ਤੰਬੋਲ ਰਾਜੇ ਫਤਿਹ ਸ਼ਾਹ ਦੀ ਬੇਟੀ ਦੇ ਵਿਆਹ ਤੇ ਸ੍ਰੀਨਗਰ ਭੇਜਿਆ, ਜਿਹੜਾ ਪੰਡਿਤ ਦਇਆ ਰਾਮ ਜੀ ਲੈ ਕੇ ਗਏ, ਨਾਲ ਦੀਵਾਨ ਆਨੰਦ ਚੰਦ ਜੀ ਗਏ। ਉਥੇ ਜਦੋਂ ਬੇਈਮਾਨ ਹੋ ਗਿਆ ਰਾਜਾ ਫਤਿਹ ਸ਼ਾਹ, ਭੀਮ ਚੰਦ ਦੇ ਆਖੇ ਲੱਗ ਕੇ ਗੁਰੂ ਸਾਹਿਬ ਨਾਲ ਲੜਨ ਦੀਆਂ ਤਿਆਰੀਆਂ ਕਰਨ ਲੱਗਾ, ਤਾਂ ਫਤਿਹ ਸ਼ਾਹ ਦੇ ਬੇਟੀ ਦੇ ਵਿਆਹ ਵਿੱਚ ਜਿਹੜਾ ਤੰਬੋਲ ਦੇਣਾ ਸੀ 1.25 ਲੱਖ ਦਾ, ਪੰਡਿਤ ਦਇਆ ਰਾਮ ਜੀ ਕਹਿੰਦੇ ਹੁਣ ਕਾਹਦਾ ਦੇਣਾ, ਜਿਹੜਾ ਸਾਡਾ ਦੁਸ਼ਮਣ ਹੀ ਬਣ ਗਿਆ। ਦਇਆ ਰਾਮ ਜੀ ਵਾਪਸ ਲੈ ਆਏ। ਗੁਰੂ ਕਲਗੀਧਰ ਜੀ ਨੂੰ ਆ ਕੇ ਦੱਸਿਆ ਵੀ ਇਸ ਤਰ੍ਹਾਂ ਮਹਾਰਾਜ ਉਹ ਤਾਂ ਗੁਰੂ ਘਰ ਦਾ ਵਿਰੋਧੀ ਬਣ ਗਿਆ, ਭੀਮ ਚੰਦ ਦੇ ਆਖੇ ਲੱਗ ਗਿਆ ਆਪਣੇ ਕੁੜਮ ਦੇ। ਫਤਿਹ ਸ਼ਾਹ ਕੋਪਾ ਤਬ ਰਾਜਾ, ਲੋਹ ਪਰਾ ਹਮਸੋਂ ਬਿਨ ਕਾਜਾ। 10ਵੇਂ ਪਾਤਸ਼ਾਹ ਬਚਿੱਤਰ ਨਾਟਕ ਵਿੱਚ ਲਿਖਦੇ ਨੇ, ਫਤਿਹ ਸ਼ਾਹ ਬਿਨਾਂ ਮਤਲਬ ਦੇ ਸਾਡੇ ਨਾਲ ਯੁੱਧ ਕਰਨ ਆ ਗਿਆ ਸੀ। ਉੱਥੇ ਫਿਰ ਸਾਧ ਸੰਗਤ ਜੀ, ਜਿੱਥੇ ਗੁਰੂ ਸਾਹਿਬ ਦੀ ਫੌਜ ਦੇ ਯੋਧੇ ਸੰਗੋ ਸ਼ਾਹ, ਜੀਤ ਮੱਲ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ, ਦੀਵਾਨ ਆਨੰਦ ਚੰਦ ਵਰਗੇ ਸੂਰਮੇ, ਭਾਈ ਜੇਠੇ ਵਰਗੇ ਯੋਧੇ ਲੜੇ ਸਨ। ਉਸੇ ਤਰ੍ਹਾਂ ਹੀ ਗੁਰੂ ਕੀ ਫੌਜ ਦੇ ਵੱਲੋਂ ਫੌਜ ਦਾ ਜਰਨੈਲ ਦਇਆ ਰਾਮ ਵੀ ਲੜਿਆ ਸੀ। ਮਹਾਰਾਜ ਨੇ ਉਹਦੀ ਕਥਾ ਬਚਿੱਤਰ ਨਾਟਕ ਵਿੱਚ ਲਿਖੀ ਹੈ ਕਿ ਉਹ ਦਰੋਣ ਕੀ ਜਿਉਂ ਮਹਾਯੁੱਧ ਸੁਧੰ, ਜਿਵੇਂ ਮਹਾਭਾਰਤ ਦੇ ਵਿੱਚ ਦਰੋਣਾਚਾਰਿਆ ਨੇ ਯੁੱਧ ਕੀਤਾ ਸੀ, ਫੌਜ ਦੀ ਕਮਾਨ ਸੰਭਾਲੀ ਸੀ, ਇਸ ਭੰਗਾਣੀ ਤੇ ਜੰਗ ਵਿੱਚ ਸਾਡਾ ਦਰੋਣਾਚਾਰਿਆ ਗੁਰੂ ਘਰ ਦਾ ਪ੍ਰੋਹਤ ਪੰਡਿਤ ਦਇਆ ਰਾਮ ਸੀਗਾ। ਸੋ ਦਇਆ ਰਾਮ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਵੇਗੀ। 6ਵੇਂ ਪਾਤਸ਼ਾਹ ਪਹਿਲਾਂ ਹੀ ਬਚਨ ਕਰ ਰਹੇ ਹਨ, ਤਿਨਕੇ ਸੰਗ ਸਦਾ ਸੁਖ ਪਾਵੈ। ਦਇਆ ਰਾਮ 10ਵੇਂ ਪਾਤਸ਼ਾਹ ਦੇ ਕੋਲ ਰਹੇਗਾ।
ਦਸਵੇਂ ਪਾਤਸ਼ਾਹ ਦੇ ਨਾਲ ਵਿਚਰੇਗਾ, ਬੜਾ ਸੁਖ ਪਾਵੇਗਾ। ਜਸ ਬਿਦਤਹ ਜਗ ਮਹਿ ਨਰ ਗਾਵੈ। ਦਇਆ ਰਾਮ ਦਾ ਬੜਾ ਜਸ ਹੋਵੇਗਾ, ਇਹਦੀ ਬੜੀ ਮਹਿਮਾ ਹੋਵੇਗੀ। ਜਿਵੇਂ ਦਸਵੇਂ ਪਾਤਸ਼ਾਹ ਦਾ ਪ੍ਰਤਾਪ ਹੋਵੇਗਾ, ਉਵੇਂ ਹੀ ਉਹਨਾਂ ਦੇ ਪ੍ਰੋਤ ਦਾ, ਪੰਡਿਤ ਦਇਆ ਰਾਮ ਦਾ ਵੀ ਜਸ ਹੋਵੇਗਾ। ਜਾਤੀ ਮਲਕ ਸੁਨਤ ਹਰਿ ਖਾਇਓ। ਗੁਰੂ ਹਰਗੋਬਿੰਦ ਸਾਹਿਬ ਤੋਂ ਇਹ ਵਰ ਪ੍ਰਾਪਤ ਕਰਕੇ ਪੰਡਿਤ ਜਾਤੀ ਮਲਕ ਜੀ ਬੜੇ ਖੁਸ਼ ਹੋਏ ਨੇ। ਕਰ ਸਦਨ ਕੋ ਬਦਨ ਸਦਾਇਓ। ਬੰਧਨ ਕਰਕੇ ਆਪਣੇ ਘਰ ਨੂੰ ਚਲਾ ਗਿਆ ਹੈ। ਕਰ ਇਸ਼ਨਾਨ ਪਾਵਨ ਹੋਏ ਗਇਓ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਲਏ ਨੇ, ਹੁਣ ਅੱਗੇ ਜਾਣ ਦੀਆਂ ਤਿਆਰੀਆਂ ਕਰਨ ਲੱਗਾ ਹੈ। ਇਸ਼ਨਾਨ ਕੀਤਾ ਹੈ, ਨਵੇਂ ਬਸਤਰ ਪਹਿਨੇ ਹਨ, ਕੁਸ਼ ਪਰ ਪੌੜ ਪ੍ਰਾਨ ਤਜ ਦਇਓ। ਔਰ ਕੁਸ਼ਾ ਆਸਣ ਵਿਛਾ ਕੇ ਲੰਮਾ ਪਿਆ ਹੈ ਤੇ ਮਹਾਰਾਜ ਦੀ ਬਾਣੀ ਪੜ੍ਹਦਾ ਹੋਇਆ, ਗੁਰੂ ਗੁਰੂ ਜਪਦਾ ਹੋਇਆ ਪੰਡਿਤ ਦਇਆ ਰਾਮ ਆਪਣਾ ਚੋਲਾ ਛੱਡ ਗਿਆ ਹੈ। ਸੁਨ ਸਤਿਗੁਰ ਬਹੁ ਮਨ ਚ ਪਠਾਏ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਜਾਤੀ ਮਲਕ ਜੀ ਚੜ੍ਹਾਈ ਕਰ ਗਏ ਨੇ, ਤੇ ਮਹਾਰਾਜ ਨੇ ਆਪਣੇ ਮੁਖੀ ਸਿੱਖਾਂ ਨੂੰ, ਗੁਰੂ ਘਰ ਦੇ ਮਸੰਦਾਂ ਨੂੰ, ਬਹੁਤ ਸਾਰੇ ਬੰਦਿਆਂ ਨੂੰ ਭੇਜਿਆ ਹੈ। ਦਾਹਨ ਕੋ ਚੰਦਨ ਸਮੁਦਾਏ। ਚੰਦਨ ਦੀ ਲੱਕੜੀ ਸੰਸਕਾਰ ਵਾਸਤੇ ਮੰਗਾਈ ਹੈ ਜਾਤੀ ਮਲਕ ਦੇ। ਜਵ ਤਿਲ ਕ੍ਰਿਤ ਆਦਿਕ ਸਭ ਲਿਆਏ। ਜੌਂ ਲਿਆਂਦੇ ਹਨ, ਤਿਲ, ਘਿਓ, ਜਿਹੜਾ ਸੰਸਕਾਰ ਵੇਲੇ ਸਮਾਨ ਪਾਈਦਾ ਹੈ ਤਾਂ ਕਿ ਸੰਸਕਾਰ ਸਹੀ ਤਰੀਕੇ ਨਾਲ ਹੋ ਸਕੇ। ਇਹਦੇ ਵਿੱਚ ਸਾਧ ਸੰਗਤ ਜੀ ਕੋਈ ਬਾਹਮਣੀਵਾਦ ਦਾ ਖਿਆਲ ਨਹੀਂ ਹੈ। ਜਿਹੜੀਆਂ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਉਹ ਹੀ ਪਾਈਆਂ ਜਾਂਦੀਆਂ ਨੇ। ਅਸੀਂ ਅੱਜ ਕੱਲ੍ਹ ਹਰ ਚੀਜ਼ ਨੂੰ ਬਾਹਮਣਵਾਦ ਨਾਲ ਜੋੜ ਲੈਂਦੇ ਹਾਂ। ਹੁਣ ਬਾਹਮਣ ਮੂੰਹ ਨਾਲ ਰੋਟੀ ਖਾਂਦੇ, ਅਸੀਂ ਕੀ ਕਰੀਏ? ਖਾਣੀ ਸਾਨੂੰ ਵੀ ਮੂੰਹ ਨਾਲ ਹੀ ਪੈਣੀ ਹੈ। ਜਿਹੜੀ ਗੁਰੂ ਸਾਹਿਬ ਜੀ ਨੇ ਬਾਹਮਣਾਂ 'ਚ ਪਖੰਡ ਦੀ ਰੀਤੀ ਸੀ ਉਹ ਛੱਡ ਦਿੱਤੀ ਹੈ। ਮਹਾਰਾਜ ਨੇ ਬਾਹਮਣਾਂ ਨੂੰ ਸਮਝਾਇਆ ਹੈ ਵੀ ਅਸਲੀ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਗੁਰੂ ਘਰ ਦੇ ਵਿੱਚ ਕਿਸੇ ਜਾਤ ਨਾਲ ਵਿਤਕਰਾ ਨਹੀਂ, ਕਿਸੇ ਧਰਮ ਨਾਲ ਵਿਤਕਰਾ ਨਹੀਂ। ਗੁਰੂ ਕਿਸੇ ਧਰਮ ਦਾ ਵਿਰੋਧੀ ਵੀ ਨਹੀਂ। ਗੁਰੂ ਦਾ ਵਿਰੋਧ ਸਿਰਫ ਪਖੰਡ ਨਾਲ ਹੈ। ਪਖੰਡ ਹਿੰਦੂ ਕਰੇ, ਮੁਸਲਮਾਨ ਕਰੇ, ਸਿੱਖ ਕਰੇ, ਬ੍ਰਾਹਮਣ ਕਰੇ, ਖੱਤਰੀ ਕਰੇ, ਵੈਸ਼ ਕਰੇ, ਸ਼ੂਦਰ ਕਰੇ, ਕੋਈ ਬੰਦਾ ਪਖੰਡ ਕਰੇ ਗੁਰੂ ਨੂੰ ਚੰਗਾ ਨਹੀਂ ਲੱਗਦਾ। ਗੁਰੂ ਕਹਿੰਦਾ ਭਾਈ ਇਹਦੇ ਨਾਲ ਤੇਰਾ ਨੁਕਸਾਨ ਹੋਵੇਗਾ, ਦੂਜੇ ਦਾ ਤੂੰ ਕੀ ਕਰੇਂਗਾ? ਆਪਣਾ ਹੀ ਨੁਕਸਾਨ ਕਰ ਰਿਹਾ। ਪਖੰਡ ਕਰਨ ਵਾਲਾ ਆਪਣੇ ਆਪ ਨਾਲ ਧੋਖਾ ਕਰ ਰਿਹਾ ਹੈ। ਤੇ ਗੁਰੂ ਸਾਹਿਬ ਉਹਨਾਂ ਵੀ ਭਲਾ ਮੰਗਦੇ ਆ ਵੀ ਤੂੰ ਭਾਈ ਆਪਣੇ ਨਾਲ ਧੋਖਾ ਨਾ ਕਰ। ਜੋ ਕੁਝ ਵੀ ਧਰਮ ਕਰਮ ਕਰਨਾ ਉਹ ਚੰਗੇ ਤਰ੍ਹਾਂ ਪ੍ਰੇਮ ਨਾਲ, ਸ਼ਰਧਾ ਨਾਲ, ਵਿਸ਼ਵਾਸ ਨਾਲ ਕਰ। ਸੋ ਜਿਹੜੇ ਸੰਸਕਾਰ ਦੀ ਮਰਜ਼ਾਦਾ ਹੈ ਇਹ ਸਾਰਿਆਂ ਵਾਸਤੇ ਹੈ। ਅਗਨੀ ਭੇਟ ਕਰਨਾ ਚੰਗੀ ਗੱਲ ਹੈ। ਆਹ ਦੇਖੋ, ਗੋਰਿਆਂ ਦੇ ਮੁਲਕ 'ਚ ਪਹਿਲਾਂ ਇਹ ਗੋਰੇ ਦਫਨਾਉਂਦੇ ਸਨ, ਹੁਣ ਇਹਨਾਂ ਨੂੰ ਵੀ ਪਤਾ ਲੱਗਾ ਵੀ ਸੰਸਕਾਰ ਕਰਨਾ ਸਵਾਲਾ ਹੈ ਤੇ ਇਹ ਵੀ ਸੰਸਕਾਰ ਕਰਨ ਲੱਗ ਪਏ। ਸੰਸਕਾਰ ਦੀਆਂ ਬਹੁਤ ਜ਼ਿਆਦਾ ਵਡਿਆਈਆਂ, ਖੂਬੀਆਂ ਹਨ। ਉਹਦੀ ਥਾਂ 'ਤੇ ਜੇ ਮੁਰਦੇ ਦੱਬਣ ਵੱਲ ਦੇਖੀਏ ਤਾਂ ਜ਼ਿਆਦਾ ਮਿਹਨਤ ਲੱਗਦੀ ਹੈ। ਇੱਕ ਤਾਂ ਸਾਧ ਸੰਗਤ ਜੀ ਬਹੁਤ ਜ਼ਿਆਦਾ ਬੰਦੇ ਚਾਹੀਦੇ ਕਬਰ ਪੱਟਣ ਵਾਸਤੇ, ਫਿਰ ਧਰਤੀ ਇੰਨੀ ਕਿਤੇ ਹੁੰਦੀ ਕਿਤੇ ਨਹੀਂ ਹੁੰਦੀ। ਸੋ ਜਿਨ੍ਹਾਂ ਮੁਲਕਾਂ 'ਚ ਧਰਤੀ ਦੀ ਘਾਟ ਹੈ ਉੱਥੇ ਵੀ ਕਬਰਸਤਾਨ ਹੁਣ ਘਟ ਗਏ ਨੇ ਤੇ ਉਹ ਵੀ ਮੁਰਦੇ ਸਾੜਨ ਲਈ ਮਜਬੂਰ ਹੋ ਗਏ ਨੇ। ਗੁਰੂ ਸਾਹਿਬ ਜੀ ਨੇ ਇਸ ਕਰਕੇ ਸੰਸਕਾਰ ਦੀ ਮਰਿਆਦਾ ਰੱਖੀ ਹੈ। ਪੰਡਿਤ ਜਾਤੀ ਮਲਕ ਜੀ ਜਾਤ ਦੇ ਬ੍ਰਾਹਮਣ ਵੀ ਸਨ ਤੇ ਇਸ ਕਰਕੇ ਉਹਨਾਂ ਨੂੰ ਸੰਸਕਾਰ ਵਾਸਤੇ ਗੁਰੂ ਸਾਹਿਬ ਨੇ ਸੁੰਦਰ ਵਸਤੂਆਂ ਭੇਜੀਆਂ ਹਨ। ਰਚੀ ਚਿਤਾ ਪਿਖ ਪਾਵਨ ਥਾਏ। ਬੜੀ ਸੁੰਦਰ ਜਗ੍ਹਾ ਵੇਖ ਕੇ ਉਹਨਾਂ ਦੀ ਚਿਤਾ ਬਣਾਈ ਹੈ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ। ਦਇਆ ਰਾਮ ਸਭ ਕੀਨ ਵਿਧਾਨ। ਤੇ ਉਹਨਾਂ ਦੇ ਪੁੱਤਰ ਦਇਆ ਰਾਮ ਜੀ ਨੇ ਆਪਣੇ ਪਿਤਾ ਦੇ ਸੰਸਕਾਰ ਦੀਆਂ ਸਾਰੀਆਂ ਰਸਮਾਂ ਜੋ ਵਿਧੀ ਵਿਧਾਨ ਬਣਿਆ ਹੋਇਆ ਹੈ ਉਹਦੇ ਮੁਤਾਬਕ ਕੀਤੀਆਂ ਹਨ। ਕਰਿਓ ਭਸਮ ਤਨ ਪਿਤਾ ਸੋ ਠਾਨ। ਪਿਤਾ ਨੂੰ ਅਗਨੀ ਭੇਟ ਕੀਤਾ ਹੈ, ਜਾਤੀ ਮਲਕ ਦਾ ਸੰਸਕਾਰ ਕੀਤਾ ਹੈ ਦਇਆ ਰਾਮ ਨੇ। ਗੁਰਪੁਰ ਕੋ ਪਹੁੰਚਿਓ ਸੁਖ ਪਾਏ। ਪੰਡਿਤ ਜਾਤੀ ਮਲਕ ਜੀ ਕਿਉਂਕਿ ਸਾਰੀ ਉਮਰ ਗੁਰੂ ਘਰ ਦੇ ਸੇਵਕ ਰਹੇ ਹਨ,
ਜੰਗਾਂ ਯੁੱਧਾਂ ਵਿੱਚ ਵੀ ਉਹਨਾਂ ਨੇ ਅੱਗੇ ਵੱਧ ਕੇ ਖੰਡੇ ਮਾਰੇ ਹਨ। ਗੁਰੂ ਘਰ ਦੇ ਵਫਾਦਾਰ ਸੇਵਕ ਸਨ। ਗੁਰੂ ਦੀ ਕਿਰਪਾ ਦੇ ਨਾਲ ਸਿੱਧੇ ਸੱਚਖੰਡ ਗਏ ਹਨ। ਗੁਰ ਕੀ ਮਹਿਮਾ ਅਲਖ ਲਿਖਾਏ। ਸਤਿਗੁਰੂ ਜੀ ਦੀ ਅਲਖ ਲਖਣ ਨਾ ਲਖੀ ਜਾਣ ਵਾਲੀ ਮਹਿਮਾ ਨੂੰ ਲਖ ਲਿਆ ਹੈ। ਜਥਾ ਜੋਗ ਜੋ ਕਿਰਿਆ ਪਛਾਰੀ। ਜੋ ਉਹਨਾਂ ਦੇ ਪਿੱਛੋਂ ਕਿਰਿਆ ਸੀ, ਮਰਿਆਦਾ ਸੀ, ਪੂਜਾ ਪਾਠ ਸੀ, ਗੁਰੂ ਸਾਹਿਬ ਨੇ ਕਰਵਾਇਆ ਹੈ। ਕ੍ਰਮ ਕ੍ਰਮ ਤੇ ਤਿਸ ਆਨੰਦ ਸੁਧਾਰੀ। ਬਾਬਾ ਜੀ ਪੰਡਤ ਦਇਆ ਰਾਮ ਜੀ ਨੇ ਆਪਣੇ ਪਿਤਾ ਜੀ ਜਾਤੀ ਮਲਕ ਦੀ ਯਾਦ ਵਿੱਚ ਗੁਰਬਾਣੀ ਦੇ ਜਾਪ ਕੀਰਤਨ ਕੀਤੇ ਹਨ, ਲੰਗਰ ਲਾਏ ਹਨ। ਜੋ ਵੀ ਮਰਿਆਦਾ ਸੀ, ਵਿਧੀ ਵਿਧਾਨ ਸੀ, ਉਹ ਪੂਰਾ ਕੀਤਾ ਹੈ। ਦਿਨ 13 ਜਬ ਹੀ ਬਿਤ ਗਏ। ਜਦੋਂ 13 ਦਿਨ ਬੀਤ ਗਏ, 13ਵੇਂ ਦਿਨ ਭੋਗ ਪਾਇਆ ਹੈ। ਭੋਜਨ ਦਜਨ ਬ੍ਰਿੰਦ ਕੋ ਦਏ। ਬਹੁਤ ਸਾਰੇ ਗਰੀਬਾਂ ਲੋੜਵੰਦਾਂ ਨੂੰ, ਬ੍ਰਾਹਮਣਾਂ ਨੂੰ, ਸਾਰਿਆਂ ਨੂੰ ਲੰਗਰ ਛਕਾਇਆ। ਬਰਾਦਰੀ ਨੂੰ ਸੱਦ ਕੇ ਜਾਤੀ ਮਲਕ ਹੇਠ ਵਤ ਆਨ। ਜਾਤੀ ਮਲਕ ਦੇ ਵਾਸਤੇ ਬਹੁਤ ਸਾਰੀਆਂ ਵਧੀਆ ਵਧੀਆ ਵਸਤੂਆਂ ਅਰਦਾਸੇ ਕਰਾਈਆਂ ਹਨ। ਜਿਵੇਂ ਸਾਧ ਸੰਗਤ ਜੀ ਕਈ ਗੁਰੂ ਘਰਾਂ ਦੇ ਵਿੱਚ ਬਸਤਰ ਦਿੰਦੇ ਤੇ ਕਈ ਇਤਰਾਜ਼ ਕਰਦੇ, ਪਰ ਇਹ ਬਸਤਰ ਕਿਸੇ ਦੇ ਕੰਮ ਆਉਂਦੇ। ਉੱਦਾਂ ਜੇ ਆਪਾਂ ਕਹੀਏ ਗੁਰਦੁਆਰੇ ਕੋਈ ਰਜਾਈ ਤਲਾਈ ਦਿੰਦਾ ਕੋਈ ਆ ਕੇ, ਜਿਹੜੇ ਕਹਿੰਦੇ ਆ ਵੀ ਨਹੀਂ ਜੀ ਕਿਸੇ ਬੰਦੇ ਦੇ ਨਿਮਿਤ ਨਹੀਂ ਦੇਣੀ ਚਾਹੀਦੀ, ਅਸੀਂ ਮੰਨ ਲੈਂਦੇ ਉਹਨਾਂ ਦੀ ਗੱਲ ਵੀ ਨਹੀਂ ਦੇਣੀ ਚਾਹੀਦੀ। ਤੁਸੀਂ ਉੱਦਾਂ ਹੀ ਲਿਆ ਕੇ 2-4 ਰਜਾਈਆਂ ਮੱਥਾ ਟੇਕ ਦਿਓ ਗੁਰਦੁਆਰੇ। ਨਹੀਂ, ਜਿਹੜਾ ਕੋਈ ਵਿਧੀ ਵਿਧਾਨ ਬਣਿਆ ਹੁੰਦਾ ਉਹਦੇ ਬਹਾਨੇ ਨਾਲ ਸੇਵਾ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਤੇ ਰੁਮਾਲੇ ਚੜ੍ਹਾਉਣ ਦਾ ਵਿਧਾਨ ਬਣਿਆ ਹੋਇਆ, ਸਾਰੇ ਹੀ ਚੜ੍ਹਾਈ ਜਾਂਦੇ ਆ। ਅਤੇ ਕਿਸੇ ਨੇ ਇਹ ਨਹੀਂ ਸੋਚਿਆ ਵੀ ਚੰਦੋਆ ਵੀ ਚਾਹੀਦਾ ਗੁਰਦੁਆਰੇ, ਚੌਰ ਵੀ ਚਾਹੀਦਾ, ਹੋਰ ਵੀ ਚੀਜ਼ਾਂ ਚਾਹੀਦੀਆਂ, ਉਹਦਾ ਕੋਈ ਖਿਆਲ ਨਹੀਂ। ਕਿਉਂਕਿ ਸਮਾਜ ਨੂੰ ਤੋਰਨਾ ਪੈਂਦਾ, ਦੱਸਣਾ ਪੈਂਦਾ, ਆਪਣੇ ਆਪ ਨਹੀਂ ਪਤਾ ਲੱਗਦਾ। ਇਸ ਕਰਕੇ ਸਿਆਣੇ ਲੋਕਾਂ ਨੇ ਜੋ ਵਿਧੀ ਵਿਧਾਨ ਬਣਾਏ ਸੀਗੇ, ਉਹ ਇਸੇ ਕਰਕੇ ਬਣਾਏ ਸੀ ਵੀ ਇਸ ਬਹਾਨੇ ਕੋਈ ਦਾਨ ਪੁੰਨ ਹੋ ਜਾਏਗਾ। ਜੇ ਮੰਦਰ ਗੁਰਦੁਆਰੇ 'ਚ ਰਜਾਈਆਂ ਤਲਾਈਆਂ ਹੋਣਗੀਆਂ, ਕੋਈ ਯਾਤਰੂ ਆਵੇਗਾ, ਰਾਤ ਰਹੇਗਾ, ਸਰਦੀ ਤੋਂ ਬਚੇਗਾ, ਇਸ ਕਰਕੇ ਕੀਤਾ। ਬਾਕੀ ਜੇ ਕੋਈ ਕਹੇ ਵੀ ਕੋਈ ਪੁਰਾਣੀ ਚਲਾ ਗਿਆ ਤੇ ਉਹਦੇ ਕੋਲ ਰਜਾਈ ਪਹੁੰਚੇਗੀ, ਉਹ ਮਹਾਰਾਜ ਨੇ ਆਸਾ ਦੀ ਵਾਰ 'ਚ ਖੰਡਨ ਕਰ ਦਿੱਤਾ। ਕਹਿੰਦੇ ਜੇ ਮੁਹਾਕਾ ਘਰ ਮੁਹੈ ਘਰ ਮੋਏ ਪਿਤਰੀ ਦੇ, ਅੱਗੇ ਵਸਤ ਸਿੰਘਾਣੀਆਂ ਪਿਤਰੀ ਚੋਰ ਕਰੇ। ਚੋਰ ਨੇ ਚੋਰੀ ਕੀਤੀ ਮੰਜੀ ਬਿਸਤਰਾ, ਜਾ ਕੇ ਪੰਡਤ ਜੀ ਨੂੰ ਫੜਾਤਾ। ਪੰਡਤ ਜੀ ਆ ਮੇਰੇ ਦਾਦੇ ਕੋਲ ਪਹੁੰਚਾ ਦਿਓ। ਜਦੋਂ ਮੰਜੀ ਬਿਸਤਰਾ ਦਾਦੇ ਕੋਲ ਪਹੁੰਚ ਗਿਆ, ਪੰਡਤ ਨੇ ਬਿਲਟੀ ਕਰਾ ਦਿੱਤੀ। ਦਾਦਾ ਜੋ ਮੰਜੀ ਵਿਛਾ ਕੇ ਪਿਆ ਸੀਗਾ ਸਵਰਗਾਂ ਵਿੱਚ, ਜਿਹਦੇ ਘਰ ਚੋਰੀ ਹੋਈ ਸੀ ਉਹਦਾ ਦਾਦਾ ਵੀ ਉੱਥੇ ਹੀ ਸੀਗਾ। ਉਹ ਕਹਿੰਦਾ ਇਹ ਤੇ ਸਾਡੇ ਘਰ ਦੀ ਮੰਜੀ ਤੇਰੇ ਕੋਲ ਕਿਵੇਂ ਆ ਗਈ? ਉਹ ਬੁੱਢਾ ਵਿਚਾਰਾ ਖਾਹ ਮਖਾਈ ਝੂਠਾ ਪੈ ਗਿਆ, ਚੋਰ ਬਣ ਗਿਆ। ਮਹਾਰਾਜ ਕਹਿੰਦੇ ਇਹੋ ਜਿਹਾ ਕੰਮ ਨਾ ਕਰੋ। ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਅੱਗੇ ਤਾਂ ਤੁਹਾਨੂੰ ਤੁਹਾਡੇ ਕਰਮਾਂ ਨੇ ਸਹਾਇਤਾ ਕਰਨੀ ਹੈ, ਚੰਗੇ ਕਰ ਲਓ ਮਾੜੇ ਕਰ ਲਓ, ਨਾਲ ਜਾਣੇ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਵਿਧੀ ਵਿਧਾਨ ਦੱਸੇ ਨੇ ਉਹ ਸੰਸਾਰ ਦੀ ਮਰਿਆਦਾ ਕਾਇਮ ਰੱਖਣ ਵਾਸਤੇ ਹਨ। ਹਾਂਜੀ, ਸੇ ਜਾਦਕ ਦੀਨੀ ਕਰ ਦਾਨ, ਕਹਿੰਦੇ ਮੰਜਾ ਬਿਸਤਰਾ ਆਦਿਕ ਦਾਨ ਕੀਤਾ ਹੈ। ਤਬ ਸਤਿਗੁਰ ਭੇਜੀ ਦਸਤਾਰ, ਗੁਰੂ ਸਾਹਿਬ ਜੀ ਨੇ ਵੀ ਭਾਈ ਜਾਤੀ ਮਲਕ ਦੇ ਪੁੱਤਰ ਦਇਆ ਰਾਮ ਲਈ ਦਸਤਾਰ ਭੇਜੀ ਹੈ ਸਿੱਖਾਂ ਦੇ ਹੱਥ। ਪਠਿਓ ਦੁਸ਼ਾਲਾ ਮੋਲ ਉਦਾਰ, ਔਰ ਬਹੁਤ ਕੀਮਤੀ ਮਹਿੰਗਾ ਦੁਸ਼ਾਲਾ ਉੱਤੋਂ ਦੀ ਲੈਣ ਲਈ ਦਿੱਤਾ ਹੈ, ਬਖਸ਼ਿਸ਼ ਕੀਤਾ ਹੈ। ਅਦਕ ਦਰਬਤ ਹੈ ਸੰਗ ਪਠਾਇਓ, ਨਾਲ ਬਹੁਤ ਸਾਰੀ ਮਾਇਆ ਵੀ ਭੇਜੀ ਹੈ। ਸੁੱਕੀ ਦਸਤਾਰ ਨਹੀਂ ਭੇਜੀ, ਨਾਲ ਮਾਇਆ ਦੇ ਗੱਫੇ ਭੇਜੇ ਨੇ। ਕਿਉਂਕਿ ਮਰਿਆਦਾ ਬੰਨ੍ਹ ਰਹੇ ਹੈ ਵੀ ਕਿਸੇ ਗੁਰੂ ਘਰ ਦੇ ਵਿਦਵਾਨ ਨੂੰ, ਕਿਸੇ ਗੁਰੂ ਘਰ ਦੇ ਪੁਰੋਹਿਤ ਨੂੰ ਕਿਵੇਂ ਸਨਮਾਨ ਦਿੱਤਾ ਜਾਂਦਾ ਹੈ। ਸਰੋਪਾ ਦੇਣਾ ਸੁੰਦਰ ਦਿਓ, ਨਾਲ ਮਾਇਆ ਵੀ ਅਰਦਾਸ ਕਰਾਈ ਹੈ। ਦਇਆ ਰਾਮ ਕੋ ਬਹੁ ਹਰਖਾਇਓ, ਕਹਿੰਦੇ ਦਇਆ ਰਾਮ ਨੂੰ ਬਹੁਤ ਖੁਸ਼ ਕੀਤਾ ਵੀ ਤੂੰ ਫਿਕਰ ਨਾ ਕਰੀ, ਗੁਰੂ ਦਾ ਹੱਥ ਸਦਾ ਹੀ ਤੇਰੇ ਸਿਰ ਤੇ ਬਣਿਆ ਰਹੇਗਾ। ਸ਼ੋਕ ਦੂਰ ਕਰ ਆਵਨ ਲਾਗਿਓ। ਹੁਣ ਦਇਆ ਰਾਮ ਜੀ ਆਪਣੇ ਪਿਤਾ ਦੇ ਭੋਗ ਤੋਂ ਬਾਅਦ
ਰੋਜ਼ ਗੁਰੂ ਦਰਬਾਰ 'ਚ ਹਾਜ਼ਰ ਹੋ ਜਾਂਦੇ ਨੇ। ਜਿੱਥੇ ਪਿਤਾ ਜੀ ਬੈਠਦੇ ਸੀ ਗੁਰੂ ਘਰ ਦੇ ਵਿੱਚ, ਉੱਥੇ ਫਿਰ ਉਹਨਾਂ ਦਾ ਪੁੱਤਰ, ਜਾਤੀ ਮਲਕ ਦਾ ਪੁੱਤਰ ਪੰਡਿਤ ਦਇਆ ਰਾਮ ਬੈਠਣ ਲੱਗ ਪਿਆ ਹੈ। ਸਤਿਗੁਰ ਨਿਕਟ ਰਹਿ ਰਸ ਪਾਗਿਓ। ਗੁਰੂ ਗੁਰੂ ਮਹਾਰਾਜ ਦੇ ਕੋਲ ਰਹਿੰਦਾ ਹੈ, ਬੜਾ ਪ੍ਰੇਮ ਕਰਦਾ, ਗੁਰੂ ਸਾਹਿਬ ਦੀ ਬਾਣੀ ਸੁਣਦਾ ਹੈ। ਪੁਨ ਕੇਤਕ ਦਿਨ ਪਹੇ ਬਤੀਤ। ਫਿਰ ਕੁਝ ਦਿਨ ਬਤੀਤ ਹੋਏ ਹਨ, ਜਦੋਂ ਸਾਧ ਸੰਗਤ ਜੀ ਨਿਜ ਤਨ ਤਜਨ ਵਿਚਾਰਤ ਚੀਤ। ਕਹਿੰਦੇ ਜਾਤੀ ਮਲਕ ਦੇ ਪੁੱਤ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਵੀ ਹੁਣ ਸਾਡੇ ਸਾਥੀ ਚਲੇ ਗਏ ਹੈ। ਭਾਈ ਵਿਧੀ ਚੰਦ ਜੀ ਚਲੇ ਗਏ, ਬਾਬਕ ਰਬਾਬੀ ਚਲਾ ਗਿਆ, ਸਾਧ ਸੰਗਤ ਜੀ ਇਸੇ ਤਰ੍ਹਾਂ ਹੁਣ ਜਾਤੀ ਮਲਕ ਜੀ ਵੀ ਚਲਾਣਾ ਕਰ ਗਏ। ਮਹਾਰਾਜ ਸੋਚਦੇ ਹੁਣ ਅਸੀਂ ਵੀ ਚੱਲੀਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਛੇਵੇਂ ਪਾਤਸ਼ਾਹ ਵੀ ਆਪਣੇ ਜਾਣ ਦੀਆਂ ਸੋਚਣ ਲੱਗ ਪਏ ਵੀ ਅਸੀਂ ਵੀ ਆਪਣੇ ਘਰ ਨੂੰ, ਸੱਚਖੰਡ ਨੂੰ ਹੁਣ ਪਿਆਨਾ ਕਰੀਏ। ਕਰਤਾ ਗਾਦੀ ਸ਼੍ਰੀ ਹਰਿ ਰਾਏ। ਤੇ ਗੁਰਤਾ ਗੱਦੀ ਆਪਣੇ ਪੋਤੇ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ ਦੇਣੀ ਚਾਹੁੰਦੇ ਹਨ। ਚਾਹੇ ਕਿਤਕ ਦਿਨ ਆਗੇ ਪਾਏ। ਫਿਰ ਸੋਚਦੇ ਆ ਵੀ ਕੁਝ ਦਿਨ ਪਹਿਲਾਂ ਇਹ ਸਾਰੀਆਂ ਗੱਲਾਂ ਕਲੀਅਰ ਕਰ ਦਈਏ, ਉਸ ਤੋਂ ਬਾਅਦ ਫਿਰ ਗੱਦੀ ਦਿਆਂਗੇ, ਜਿਸ ਤੇ ਕੋ ਨਹ ਕਰਹਿ ਬਿਖੇਰਾ। ਤਾਂ ਕਿ ਕੋਈ ਬਖੇੜਾ ਨਾ ਕਰੇ। ਕੱਲ ਨੂੰ ਸਾਡੇ ਤੋਂ ਬਾਅਦ ਗੁਰੂ ਘਰ ਦੇ ਵਿੱਚ ਕਿਸੇ ਨੂੰ ਕੋਈ ਸ਼ੰਕਾ ਨਾ ਹੋਵੇ। ਕੱਲ ਨੂੰ ਬਾਬਾ ਧੀਰਮਲ ਜਾਂ ਕੋਈ ਹੋਰ ਗੱਦੀ ਦਾ ਦਾਅਵੇਦਾਰ ਨਾ ਉੱਠ ਖੜਾ ਹੋਵੇ ਵੀ ਸਾਨੂੰ ਗੱਦੀ ਮਿਲਣੀ ਚਾਹੀਦੀ ਸੀ, ਕਿਉਂਕਿ ਪਹਿਲਾਂ ਵੀ ਗੁਰੂ ਘਰ ਦੇ ਵਿੱਚ ਇਸ ਵਿਸ਼ੇ 'ਤੇ ਰੌਲੇ ਪੈਂਦੇ ਰਹੇ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਬਖਸ਼ਿਸ਼ ਕੀਤੀ ਸੀ, ਉਦੋਂ ਵੀ ਕੁਝ ਸਿੱਖ ਅਤੇ ਮਾਤਾ ਸੁਲੱਖਣੀ ਜੀ ਬਾਬਾ ਸ੍ਰੀ ਚੰਦ ਜੀ ਨੂੰ ਗੱਦੀ ਦੇਣ ਦੀ ਗੱਲ ਕਰਦੇ ਸਨ। ਫਿਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ। ਬਾਬਾ ਦਾਤੂ ਦੇ ਦਾਸੂ ਇਸ ਗੱਲ ਤੋਂ ਨਾਰਾਜ਼ ਹੋਏ ਸਨ। ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਮਿਲੀ ਸੀ, ਉਦੋਂ ਬਾਬਾ ਮੋਹਨ ਜੀ ਨਾਰਾਜ਼ ਹੋਏ ਸਨ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਮਿਲੀ ਸੀ, ਉਦੋਂ ਸਾਧ ਸੰਗਤ ਜੀ ਵੱਡਾ ਭਰਾ ਪ੍ਰਿਥੀ ਚੰਦ ਬਹੁਤ ਜ਼ਿਆਦਾ ਵਿਰੋਧੀ ਬਣ ਗਿਆ ਸੀਗਾ। ਤੋ ਅੱਗੇ ਹੁਣ ਸਾਡੇ ਪੋਤਰੇ ਦਾ ਵੀ ਵਿਰੋਧ ਕਰਨਗੇ। ਇਸ ਕਰਕੇ ਪਹਿਲਾਂ ਇਹੋ ਜਿਹਾ ਫੈਸਲਾ ਕਰੀਏ ਵੀ ਕਿਸੇ ਨੂੰ ਵਿਰੋਧ ਕਰਨ ਦਾ, ਭੰਬਲ ਭੂਸਾ ਪਾਉਣ ਦਾ ਮੌਕਾ ਹੀ ਨਾ ਮਿਲੇ। ਅਲਪ ਬੈਸ ਪੋਤਰਾ ਨਿਜ ਹੇਰਾ। ਨਾਲੇ ਸਾਡੇ ਪੋਤਰੇ ਦੀ ਉਮਰ ਛੋਟੀ ਹੈ, ਛੋਟੀ ਉਮਰ ਕਰਕੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ। ਇੱਕ ਤਾਂ ਧੀਰ ਮੱਲ ਬੜ ਖੋਟਾ। ਇੱਕ ਸਾਡਾ ਵੱਡਾ ਪੋਤਰਾ ਧੀਰ ਮੱਲ ਹੈ, ਉਹ ਵੀ ਆਪਣੇ ਭਰਾ ਦੇ ਨਾਲ ਵੈਰ ਕਰੇਗਾ, ਖੁਟਿਆਈ ਕਰੇਗਾ। ਨਹਿ ਤਿਰਸਕਾਰ ਹੈ ਲੱਖ ਕਰ ਛੋਟਾ। ਕਿਤੇ ਉਹ ਛੋਟਾ ਭਰਾ ਸਮਝ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਦਾ ਅਪਮਾਨ ਨਾ ਕਰੇ, ਤਿਰਸਕਾਰ ਨਾ ਕਰੇ। ਇਸ ਕਰਕੇ ਗੁਰੂ ਸਾਹਿਬ ਸਾਰੀਆਂ ਸੰਗਤਾਂ ਨੂੰ ਬੁਲਾਉਣਾ ਚਾਹੁੰਦੇ ਹਨ। ਜਿਮ ਦਾਤੂ ਸੁਤ ਲਿਆ ਪਖ ਧਾਰੇ। ਜਿਵੇਂ ਦਾਤੂ ਦੇ ਪੁੱਤਰ ਨੂੰ, ਗੁਰੂ ਅੰਗਦ ਦੇਵ ਜੀ ਦੇ ਪੋਤੇ ਨੂੰ ਬਾਬੇ ਧੀਰਮਲ ਨੇ ਆਪਣੇ ਪੱਖ 'ਚ ਕਰ ਲਿਆ ਹੈ। ਤਥਾ ਮਸੰਦ ਨਾ ਲੇਹ ਬਿਗਾਰੇ। ਇਹਦੇ ਕਿਤੇ ਹੋਰ ਮਸੰਦਾਂ ਨਾਲ ਵੀ ਵਿਗਾੜ ਨਾ ਪਾ ਦੇਵੇ, ਹੋਰ ਮਸੰਦਾਂ ਨੂੰ ਆਪਣੇ ਨਾਲ ਲਾ ਲਵੇ। ਜੇ ਕਹੇਗਾ ਵੀ ਗੁਰੂ ਅੰਗਦ ਦੇਵ ਜੀ ਦੀ ਅੰਸ ਬੰਸ ਮੇਰੇ ਨਾਲ ਹੈ, ਤੇ ਹੋਰ ਮਸੰਦ ਵੀ ਦੋ ਚਾਰ ਰਾਲੀ ਜਾਂਦੇ ਹੁੰਦੇ ਆ, ਫਿਰ ਦੂਸਰੀ ਗੱਦੀ ਨਾ ਬਣਾ ਕੇ ਬੈਠ ਜਾਵੇ ਧੀਰਮਲ। ਸਿੱਖ ਸੰਗਤ ਸਭ ਦੇਸ਼ ਬੁਲਾਏ। ਮਹਾਰਾਜ ਕਹਿੰਦੇ ਇੱਕ ਵਾਰੀ ਸਾਰੇ ਦੇਸ਼ਾਂ ਦੀ ਸੰਗਤ ਬੁਲਾਈਏ। ਹਿੰਦੁਸਤਾਨ ਦੇ ਚਾਰੇ ਕੋਨਿਆਂ ਤੋਂ ਉੱਤਰ, ਦੱਖਣ, ਪੂਰਬ, ਪੱਛਮ, ਮਾਝੇ, ਮਾਲਵੇ, ਦੁਆਬੇ, ਪੋਠੋਹਾਰ, ਪੰਜਾਬ ਦੇ ਸਾਰੇ ਇਲਾਕਿਆਂ ਤੋਂ ਮਹਾਰਾਜ ਕਹਿੰਦੇ ਸੰਗਤ ਬੁਲਾਈਏ ਸਾਰੀ। ਸਭ ਹਿਨ ਮੈਂ ਬਿਠਾਏ ਹਰਿ ਰਾਏ। ਤੇ ਸਾਰੀ ਸੰਗਤ ਦੇ ਵਿੱਚ ਗੱਦੀ ਦਈਏ। ਗੁਰੂ ਹਰਿਰਾਏ ਸਾਹਿਬ ਨੂੰ ਗੱਦੀ ਦੇਣੀ ਸਭ ਦੇ ਸਾਹਮਣੇ ਦਈਏ। ਜਦੋਂ ਸਾਰਿਆਂ ਦੇ ਵਿੱਚ ਬਹਿ ਕੇ ਸਾਰੀ ਸੰਗਤ ਦੇ ਸਾਹਮਣੇ ਗੁਰਿਆਈ ਦੀ ਮਰਿਆਦਾ ਪੂਰੀ ਕਰਾਂਗੇ, ਤੇ ਫਿਰ ਕਿਸੇ ਨੂੰ ਕੋਈ ਸ਼ੰਕਾ ਨਹੀਂ ਰਹੇਗਾ। ਕੋਈ ਕੱਲ੍ਹ ਨੂੰ ਗੁਰੂ ਹਰਿਰਾਏ ਸਾਹਿਬ ਦਾ ਸ਼ਰੀਕਾ ਖੜਾ ਨਹੀਂ ਹੋਵੇਗਾ। ਕਰਤਾ ਗਾਦੀ ਦੇਨੀ ਕਰੈ।
ਗੁਰਤਾ ਗੱਦੀ ਸਾਰਿਆਂ ਦੇ ਵਿੱਚ ਬਹਿ ਕੇ ਦਿਆਂਗੇ। ਇਮ ਵਿਚਾਰ ਸ੍ਰੀ ਸਤਿਗੁਰ ਧਰੈ। ਇਸ ਤਰ੍ਹਾਂ ਦੀ ਵਿਚਾਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਹੈ। ਦੇਵ ਹੁਕਮ ਜੇ ਨਿਕਟ ਲਿਖਾਰੀ। ਮਹਾਰਾਜ ਨੇ ਆਪਣੇ ਲਿਖਾਰੀਆਂ ਨੂੰ ਸੱਦਿਆ ਤੇ ਲਿਖਾਰੀਆਂ ਨੂੰ ਹੁਕਮ ਦਿੱਤਾ ਹੈ ਮਸੰਦ ਕਨ ਦੇਸ਼ ਮਝਾਰੀ। ਮਹਾਰਾਜ ਲਿਖਾਰੀਆਂ ਨੂੰ ਕਹਿਣ ਲੱਗੇ, ਦੇਖੋ ਭਾਈ ਸਿੱਖੋ, ਸਾਡੇ ਸਿੱਖ ਸਾਡੀਆਂ ਸੰਗਤਾਂ ਸਾਰਿਆਂ ਦੇਸ਼ਾਂ ਵਿੱਚ ਸਾਰੇ ਇਲਾਕਿਆਂ ਵਿੱਚ ਰਹਿੰਦੀਆਂ ਹਨ। ਲਿਖੋ ਹੁਕਮਨਾਮੇ ਸਭ ਆਵੈ। ਸਾਰੀਆਂ ਸੰਗਤਾਂ ਨੂੰ ਸਾਡੇ ਹੁਕਮਨਾਮੇ ਲਿਖੋ। ਸਾਡੇ ਵੱਲੋਂ ਹੁਕਮਨਾਮੇ ਲਿਖੋ ਵੀ ਸਾਰੀਆਂ ਸੰਗਤਾਂ ਕੀਰਤਪੁਰ ਸਾਹਿਬ ਆ ਜਾਣ। ਸੰਗ ਸੰਗਤਾਂ ਆਪਣੇ ਲਿਆਵੈ। ਤੇ ਮਸੰਦ ਜਿੰਨੇ ਨੇ ਉਹ ਸੰਗਤਾਂ ਨੂੰ ਲੈ ਕੇ ਆਉਣ। ਮਸੰਦ ਇਕੱਲੇ ਨਾ ਆਉਣ, ਆਪਣੀ ਆਪਣੀ ਸੰਗਤ ਨੂੰ ਲੈ ਕੇ ਕੀਰਤਪੁਰ ਸਾਹਿਬ ਪਹੁੰਚਣੇ ਚਾਹੀਦੇ ਨੇ ਸਾਰੇ ਹੀ। ਸਨ ਆਗਿਆ ਕਹੋ ਦੇਸ਼ ਵਿਦੇਸ਼। ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਆਗਿਆ ਸੁਣ ਕੇ ਹੁਕਮਨਾਮੇ ਲਿਖੇ ਗਏ। ਦੇਸ਼ਾਂ ਵਿਦੇਸ਼ਾਂ ਦੇ ਮਸੰਦਾਂ ਦੇ ਨਾਮ ਤੇ ਗੁਰੂ ਘਰ ਵੱਲੋਂ ਚਿੱਠੇ ਲਿਖੇ ਗਏ ਹਨ। ਲਿਖ ਲਿਖ ਭੇਜੇ ਚਾਰ ਅਸ਼ੇਸ਼। ਬੜੇ ਸੁੰਦਰ ਹੁਕਮਨਾਮੇ ਗੁਰੂ ਸਾਹਿਬ ਵੱਲੋਂ ਲਿਖੇ ਹੋਏ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਵੱਲ ਤੋਰੇ ਗਏ ਹਨ। ਹੋਤੇ ਦੂਰ ਸੇ ਪ੍ਰਥਮ ਬੁਲਾਏ। ਸਾਧ ਸੰਗਤ ਜੀ ਜਿਹੜੇ ਦੂਰ ਸਨ ਉਹਨਾਂ ਨੂੰ ਪਹਿਲਾਂ ਭੇਜ ਦਿੱਤੇ। ਜਿਹੜੇ ਕਾਬਲ ਵੱਲੋਂ, ਕੋਈ ਬੰਗਲਾਦੇਸ਼ ਵੱਲੋਂ, ਕੋਈ ਦੱਖਣ ਵੱਲੋਂ ਸਿੱਖ ਆਉਣੇ ਸੀ, ਉਹਨਾਂ ਨੂੰ ਪਹਿਲਾਂ ਹੀ 2-2 4-4 ਮਹੀਨੇ ਪਹਿਲਾਂ ਭੇਜਤਾ। ਕਿਉਂ ਕਿ ਸੰਗਤ ਦੂਰੋਂ ਆਉਣੀ ਹੈ, ਉਹਨਾਂ ਨੇ ਤਿਆਰੀ ਵੀ ਕਰਨੀ ਹੈ, ਰਸਤੇ 'ਚ ਵੀ ਟਾਈਮ ਲੱਗਣਾ। ਇਸ ਕਰਕੇ ਪਹਿਲਾਂ ਉਹਨਾਂ ਨੂੰ ਖਬਰ ਭੇਜੀ ਹੈ ਜਿਹੜੇ ਦੂਰ ਰਹਿੰਦੇ ਸਨ। ਧਨੀ ਮਸੰਦ ਬਿਲੰਦ ਸਬਾਏ। ਬੜੇ ਬੜੇ ਧਨੀ ਪੈਸੇ ਵਾਲੇ ਮਸੰਦ ਸਨ ਗੁਰੂ ਘਰ ਦੇ, ਲੱਖਾਂਪਤੀ ਕਰੋੜਾਂਪਤੀ। ਜਾਏ ਹੁਕਮਨਾਮੇ ਜਬ ਦਏ। ਉਹਨਾਂ ਮਸੰਦਾਂ ਨੂੰ ਜਦੋਂ ਗੁਰੂ ਸਾਹਿਬ ਦੇ ਹੁਕਮਨਾਮੇ ਪਹੁੰਚੇ ਹਨ, ਮੇਵੜਾ ਲੈ ਕੇ ਗਿਆ ਹੈ। ਕੋਈ ਮੇਵੜਾ ਕਾਬਲ ਵੱਲ ਗਿਆ ਪੱਛਮ ਵਾਲੇ ਪਾਸੇ, ਕੋਈ ਪੂਰਬ ਬੰਗਲਾਦੇਸ਼ ਤੱਕ ਗਿਆ, ਤੇ ਕੋਈ ਮੇਵੜਾ ਸਾਧ ਸੰਗਤ ਜੀ ਕਿਸੇ ਹੋਰ ਦੇਸ਼ ਨੂੰ, ਕਿਸੇ ਹੋਰ ਇਲਾਕੇ ਨੂੰ ਗਿਆ। ਸਾਰੇ ਪਾਸੇ ਮੇਵੜੇ ਭੇਜ ਦਿੱਤੇ। ਉਹਨਾਂ ਮੇਵੜਿਆਂ ਨੇ ਜਾ ਜਾ ਕੇ ਗੁਰੂ ਦੇ ਹੁਕਮਨਾਮੇ ਸੰਗਤਾਂ ਨੂੰ, ਮਸੰਦਾਂ ਨੂੰ ਦਿੱਤੇ ਹਨ। ਪਾਠ ਮਸੰਦ ਸਭ ਤਿਆਰੀ ਕਏ। ਮਸੰਦਾਂ ਨੇ ਹੁਕਮਨਾਮੇ ਪੜ੍ਹੇ ਤੇ ਤਿਆਰੀਆਂ ਕਰਨ ਲੱਗੇ ਵੀ ਗੁਰੂ ਕਿਆਂ ਦੇ ਕੋਲ ਜਾਣਾ ਹੈ, ਕੀਰਤਪੁਰ ਸਾਹਿਬ ਮੇਲੇ ਤੇ ਇਕੱਠੇ ਹੋਣਾ ਹੈ। ਲੈ ਕਰ ਸੰਗ ਸੰਗਤਾ ਬ੍ਰਿੰਦ। ਬਹੁਤ ਸਾਰੀਆਂ ਸੰਗਤਾਂ ਨਾਲ ਲੈ ਕੇ ਮਸੰਦ ਤੁਰ ਪਏ। ਅਰਲੇ ਗਰਕੀ ਕਾਰ ਬਿਲੰਦ। ਤੇ ਗੁਰੂ ਘਰ ਦੀ ਜਿੰਨੀ ਕਾਰ ਭੇਟਾ ਸੀ, ਮਾਇਆ ਸੀ, ਉਹ ਵੀ ਇਕੱਠੀ ਕਰਕੇ ਲੈ ਲਈ। ਸਾਲ 2 ਸਾਲ ਦੀ ਕਈ ਵਾਰੀ ਭੇਟਾ ਇਕੱਠੀ ਰੱਖ ਲੈਂਦੇ ਸੀ ਸਿੱਖ, ਦਸਵੰਧ ਇਕੱਠਾ ਕਰ ਛੱਡਦੇ ਸੀ। ਜਦੋਂ ਦਸਵੰਧ ਇਕੱਠਾ ਹੋ ਜਾਂਦਾ ਸੀ ਫਿਰ ਗੁਰੂ ਚਰਨਾਂ 'ਚ ਪਹੁੰਚਾ ਦਿੰਦੇ ਸੀ। ਇਸ ਤਰ੍ਹਾਂ ਸਾਰੇ ਸਿੱਖਾਂ ਨੇ ਆਪੋ ਆਪਣਾ ਦਸਵੰਧ ਜੋ ਜੋੜਿਆ ਸੀ ਮਸੰਦਾਂ ਕੋਲ ਜਮ੍ਹਾਂ ਕਰਾ ਦਿੱਤਾ ਹੈ। ਕ੍ਰਮ ਕਰ ਪੰਥ ਉਲੰਘਤ ਆਏ। ਔਰ ਸਾਰਾ ਪੈਂਡਾ ਲੰਘ ਕੇ ਸਾਰਾ ਸਫ਼ਰ ਤੈਅ ਕਰਕੇ ਆਏ ਹਨ। ਕੀਰਤਪੁਰ ਗੁਰ ਜਹਾਂ ਸੁਹਾਏ। ਕੀਰਤਪੁਰ ਸਾਹਿਬ ਆ ਗਏ ਨੇ ਮਸੰਦ ਸਿੱਖ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੋਭਾ ਪਾ ਰਹੇ ਹਨ। ਬ੍ਰਿੰਦ ਅਕੋਰਣ ਅਰਪੈ ਆਗੇ। ਆ ਕੇ ਮਸੰਦਾਂ ਨੇ ਬਹੁਤ ਵਧੀਆ ਵਧੀਆ ਭੇਟਾਵਾਂ ਗੁਰੂ ਚਰਨਾਂ 'ਚ ਅਰਪਣ ਕੀਤੀਆਂ ਹਨ। ਨਮਰੀ ਹੋਏ ਚਰਨ ਗੁਰ ਲਾਗੇ। ਗੁਰੂ ਮਹਾਰਾਜ ਦੇ ਚਰਨਾਂ ਦੇ ਨਿਮਰਤਾ ਨਾਲ ਮੱਥਾ ਟੇਕਿਆ ਹੈ। ਬਲਖ ਬੁਖਾਰਾ ਆਦਿਕ ਪੁਰਗਨ। ਕੋਈ ਬਲਖ ਬੁਖਾਰੇ ਤੋਂ ਆਏ ਨੇ, ਕੋਈ ਕਾਬਲ ਕੰਧਾਰ ਤੋਂ ਆਏ ਨੇ। ਪਸ਼ਚਮ ਦੇਸ਼ ਤੇ ਪਹੁੰਚੇ ਨਰਗਨ। ਪੱਛਮ ਵਾਲੇ ਪਾਸੇ ਤੋਂ ਬਹੁਤ ਲੋਕ ਆਏ ਨੇ, ਮੁਲਤਾਨ, ਪਿਸ਼ਾਵਰ, ਇਸੇ ਤਰ੍ਹਾਂ ਜਲਾਲਾਬਾਦ, ਕਾਬਲ, ਕੰਧਾਰ, ਗਜਨੀ, ਬਲਖ ਬੁਖਾਰੇ 'ਚ ਸਿੱਖ ਰਹਿੰਦੇ। ਸਾਰੇ ਪੱਛਮ ਦੇ ਸਿੱਖ ਆਏ ਹਨ। ਸੰਗ ਮਸੰਦ ਲਏ ਮੁਲਤਾਨੀ। ਮੁਲਤਾਨ ਦੇ ਸਿੱਖ ਆਪਣੇ ਇਲਾਕੇ ਦੇ ਮਸੰਦਾਂ ਦੇ ਨਾਲ ਆਏ ਹਨ। ਸਿੱਖਗਣ ਅਨੇਕ ਉਪਾਇਨ ਆਨੀ। ਮੁਲਤਾਨੀ ਸਿੱਖਾਂ ਨੇ ਵੀ ਬੜੀਆਂ ਵਧੀਆ ਵਧੀਆ ਭੇਟਾਵਾਂ ਗੁਰੂ ਦੇ ਚਰਨਾਂ 'ਚ ਅਰਪਣ ਕਰਨ ਲਈ ਲਿਆਂਦੀਆਂ ਨੇ। ਦੱਖਣ ਦਿਸ਼ ਤੇ ਆਦ ਉਜੈਨ। ਦੱਖਣ ਤੋਂ ਸਾਧ ਸੰਗਤ ਜੀ, ਸਾਊਥ ਇੰਡੀਆ ਤੋਂ, ਜਿੱਥੇ ਉਜੈਨ ਸ਼ਹਿਰ ਹੈ, ਇੰਦੌਰ ਹੈ,
ਇਸੇ ਤਰ੍ਹਾਂ ਸਾਧ ਸੰਗਤ ਜੀ ਬੁਰਹਾਨਪੁਰ ਸਿੱਖੀ ਦਾ ਗੜ੍ਹ ਹੈ, ਉਹਨਾਂ ਇਲਾਕਿਆਂ ਤੋਂ ਸਿੱਖ ਆਏ ਹਨ ਚਲ ਪਹੁੰਚੇ ਗੁਰ ਦਰਸ਼ਨ ਲੈਣ। ਔਰ ਬਹੁਤ ਗੁਰੂ ਕੇ ਪਿਆਰੇ ਦਰਸ਼ਨਾਂ ਵਾਸਤੇ ਆਏ ਹਨ। ਅੰਗ ਬੰਗ ਆਦਿਕ ਜੇ ਦੇਸ਼, ਕਹਿੰਦੇ ਬੰਗਾਲ ਦੇਸ਼, ਬੰਗਲਾਦੇਸ਼ ਜਿਸ ਨੂੰ ਕਹਿੰਦੇ ਹਾਂ, ਅੰਗ ਦੇਸ਼, ਬੰਗ ਦੇਸ਼, ਬਿਹਾਰ, ਯੂਪੀ, ਇਹ ਸਾਰਾ ਪੂਰਬ ਦਾ ਪਾਸਾ, ਉਹ ਵੀ ਆਏ ਹਨ। ਕੌਣ ਗਨ ਹੈ ਪਹੁੰਚੇ ਸੋ ਅਸ਼ੇਸ਼। ਭਾਈ ਸਾਹਿਬ ਜੀ ਕਹਿੰਦੇ ਕੌਣ ਕੌਣ ਗਿਣਤੀ ਕਰੀਏ, ਕਿਹੜਾ ਨਹੀਂ ਆਇਆ, ਸਾਰੇ ਹੀ ਆਏ ਹਨ। ਵਸਤ ਅਨੂਠੀ ਮੋਲ ਬਡੇਰੀ, ਔਰ ਵਧੀਆ ਵਧੀਆ ਵਸਤੂਆਂ, ਕੀਮਤੀ ਭੇਟਾਵਾਂ, ਚੰਗੇ ਚੰਗੇ ਵਸਤਰ, ਘੋੜੇ, ਸ਼ਸਤਰ, ਮਾਇਆ ਲੈ ਕੇ ਆਏ ਨੇ। ਦੁਰਲਭ ਲੈ ਆਏ ਤਸਬੇਰੀ, ਦੁਰਲਭ ਵਸਤੂਆਂ, ਕੀਮਤੀ ਵਸਤੂਆਂ ਲੈ ਕੇ ਆਏ ਨੇ। ਅਨਕ ਪ੍ਰਕਾਰਨ ਵਸਤਰ ਅਜਾਇਬ, ਅਨੇਕ ਪ੍ਰਕਾਰ ਦੇ ਸੁੰਦਰ ਵਸਤਰ ਲੈ ਕੇ ਆਏ ਨੇ। ਅਰਬਹ ਦਰਸ ਕਰ ਹੈ ਗੁਰ ਸਾਹਿਬ, ਮਹਾਰਾਜ ਨੂੰ ਸੁੰਦਰ ਵਸਤਰ ਭੇਟਾ ਕਰਦੇ, ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ। ਤਿਮ ਪੂਰਬ ਕੇ ਚਲ ਕਰ ਆਏ, ਇਸੇ ਤਰ੍ਹਾਂ ਪੂਰਬ ਦੇ ਸਿੱਖ ਵੀ ਆਏ ਨੇ। ਢਾਕਾ ਆਦ ਦੇਸ਼ ਸਮੁਦਾਇ, ਢਾਕਾ ਬੰਗਲਾਦੇਸ਼ ਦੇ ਸਿੱਖ ਆਏ ਨੇ। ਔਰ ਪਟਣੇ ਆਦਿਕ ਸਿੱਖ ਜਈ, ਪਟਨੇ ਦੇ, ਜੌਨਪੁਰ ਦੇ, ਬੀਨੇ ਮੁੰਗੇਰ ਦੇ ਸਿੱਖ ਵੀ ਆਏ ਨੇ। ਲਏ ਉਪਾਇਨ ਪਹੁੰਚੇ ਤੇਈ, ਆਪਣੀਆਂ ਆਪਣੀਆਂ ਭੇਟਾਵਾਂ ਲੈ ਲੈ ਕੇ ਪਹੁੰਚੇ ਨੇ ਸਾਰੇ ਹੀ। ਤਿਮ ਪਰਬਤ ਬਾਸੀ ਚਲ ਆਏ, ਇਸੇ ਤਰ੍ਹਾਂ ਪਹਾੜੀ ਸਿੱਖ ਵੀ ਆਏ ਨੇ। ਸਤਿਗੁਰ ਹਰਗੋਬਿੰਦ ਦਰਸਾਏ, ਸਭ ਨੇ ਆ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਨੇ। ਕੀਰਤਪੁਰ ਕੇ ਚਹੁੰਦਿਸ਼ ਡੇਰੇ, ਕੀਰਤਪੁਰ ਸਾਹਿਬ ਦੇ ਆਲੇ ਦੁਆਲੇ ਸੰਗਤਾਂ ਦੀਆਂ ਛਾਉਣੀਆਂ ਪੈ ਗਈਆਂ, ਡੇਰੇ ਪੈ ਗਏ, ਤੰਬੂ ਲੱਗ ਗਏ ਹਨ। ਆਨ ਸੰਗਤਾ ਕੀਨ ਕਨੇਰੇ, ਬੜੀਆਂ ਸੰਗਤਾਂ ਨੇ ਆਪਣੇ ਆਪਣੇ ਇਲਾਕੇ ਦੇ ਹਿਸਾਬ ਨਾਲ ਡੇਰੇ ਲਾ ਲਏ। ਬਹੁਤ, ਕਿਉਂਕਿ ਹਜ਼ਾਰਾਂ ਸੰਗਤਾਂ ਜੋ ਆ ਗਈਆਂ, ਲੱਖਾਂ ਸੰਗਤਾਂ ਆ ਗਈਆਂ। ਕੀਰਤਪੁਰ ਸਾਹਿਬ ਦੇ ਚਾਰੇ ਪਾਸੇ ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲੀ ਹੈ, ਸਿੱਖਾਂ ਨੇ ਆਪਣੀਆਂ ਆਪਣੀਆਂ ਛਾਉਣੀਆਂ ਪਾ ਲਈਆਂ, ਆਪਣੇ ਆਪਣੇ ਘੋੜੇ, ਰੇੜੇ, ਗੱਡੇ ਖੜੇ ਕਰ ਦਿੱਤੇ, ਤੰਬੂ ਲਾ ਲਏ ਤੇ ਬਹੁਤ ਸੰਗਤਾਂ ਆ ਗਈਆਂ। ਬੇਦੀ ਤ੍ਰੇਹਣ ਪੱਲੇ ਚਈ, ਬੇਦੀ ਬੰਸ ਦੇ ਸਾਹਿਬਜ਼ਾਦੇ, ਗੁਰੂ ਨਾਨਕ ਦੇਵ ਜੀ ਦਾ ਪਰਿਵਾਰ, ਤ੍ਰੇਣ ਗੁਰੂ ਅੰਗਦ ਦੇਵ ਜੀ ਦਾ ਪਰਿਵਾਰ, ਭੱਲੇ ਗੁਰੂ ਅਮਰਦਾਸ ਜੀ ਦਾ ਪਰਿਵਾਰ, ਅਨਸਾਰੀ ਗੁਰ ਪਹੁੰਚੇ ਤੇਈ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਦੇ ਹਨ, ਗੁਰੂ ਦੇ ਅਨੁਸਾਰੀ ਹਨ, ਗੁਰੂ ਦੇ ਹੁਕਮ 'ਚ ਵਿੱਚ ਚੱਲਦੇ ਹਨ, ਉਹ ਸਾਰੇ ਕੰਮ ਛੱਡ ਕੇ ਆਏ ਹਨ। ਜੰਗਲ ਦੇਸ਼ ਸੰਗਤਾ ਸੰਗ, ਮਾਲਵੇ ਦੀ ਧਰਤੀ, ਜਿਹਨੂੰ ਅੱਜ ਕੱਲ੍ਹ ਜੰਗਲ, ਉਦੋਂ ਜੰਗਲ ਕਹਿੰਦੇ ਸੀ, ਮਹਾਰਾਜ ਨੇ ਮਾਲਵਾ ਬਣਾਇਆ 10ਵੇਂ ਪਾਤਸ਼ਾਹ ਨੇ। ਬਠਿੰਡੇ ਦਾ ਇਲਾਕਾ, ਮੁਕਤਸਰ ਦਾ ਇਲਾਕਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਰਨਾਲਾ, ਪਟਿਆਲੇ ਤੋਂ ਪਰਲਾ ਇਲਾਕਾ, ਇਹ ਮਾਲਵੇ ਦੀ ਧਰਤੀ ਤੋਂ ਬੜੇ ਸਿੱਖ ਆਏ ਹਨ। ਭਗਤੂ ਗਇਓ ਹਿਰਦੈ ਗੁਰ ਰੰਗ, ਭਾਈ ਭਗਤੂ ਸਾਹਿਬ ਜੀ ਗੁਰੂ ਦੇ ਪਿਆਰੇ ਮਾਲਵੇ ਦੀ ਧਰਤੀ ਤੋਂ ਮਾਲਵੇ ਦੇ ਸਿੱਖਾਂ ਨੂੰ ਲੈ ਕੇ ਆਏ ਹਨ। ਤਿਮ ਭਾਈ ਬਹਿਲੋ ਚਲ ਆਇਓ, ਇਸੇ ਤਰ੍ਹਾਂ ਭਾਈ ਬਹਿਲੋ ਸਭ ਤੋਂ ਪਹਿਲੋਂ ਫਫੜੇ ਭਾਈ ਕਿਆਂ ਦਾ ਰਹਿਣ ਵਾਲਾ, ਇਹ ਸਰਵਰੀਆ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਇਆ। ਸਰਵਰ ਦੀ ਸੇਵਾ ਛੱਡ ਕੇ ਗੁਰੂ ਅਰਜਨ ਸਾਹਿਬ ਜੀ ਦੇ ਸਿੱਖੀ ਧਾਰਨ ਕੀਤੀ ਹੈ। ਮਾਲਵੇ ਦੇਸ਼ ਵਿੱਚ ਭਾਈ ਬਹਿਲੋ ਨੇ ਬਹੁਤ ਪ੍ਰਚਾਰ ਕੀਤਾ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚ ਭਾਈ ਬਹਿਲੋ ਸਭ ਤੋਂ ਪਹਿਲੋਂ ਸੇਵਾ ਵਿੱਚ ਹਾਜ਼ਰ ਹੋਏ। ਭਾਈ ਭਗਤੂ ਜੀ, ਭਾਈ ਮੰਝ ਜੀ, ਭਾਈ ਸਾਲੋ ਜੀ, ਇਹ ਕੁਝ ਮਹਾਨ ਸਿੱਖ, ਪੰਡਿਤ ਗੰਗਾ ਰਾਮ ਜੀ, ਜਿਨ੍ਹਾਂ ਦਾ ਸੁਨਾਮ ਦੇ ਵਿੱਚ ਸਥਾਨ ਹੈ। ਬੁਢਲਾਡੇ ਦੇ ਲਾਗੇ ਸੁਨਾਮ, ਉੱਥੇ ਸਾਧ ਸੰਗਤ ਜੀ, ਇਹ ਭਗਤ ਫੇਰੂ ਮੱਲ ਜੀ ਹੋਏ ਨੇ, ਉਹਨਾਂ ਦਾ ਸਥਾਨ ਹੈ। ਤੋ ਉਹਨਾਂ ਦੇ ਵੱਡੇ ਇਹ ਪੰਡਿਤ ਗੰਗਾ ਰਾਮ ਜੀ ਬਠਿੰਡੇ ਦੇ ਹੋਏ ਨੇ। ਸੋ ਇਹ ਸਾਰੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਰੋਵਰ ਦੀ ਸੇਵਾ ਕਰਿਆ ਕਰਦੇ ਸਨ। ਇਹ ਸਾਰੇ ਮਹਾਂਪੁਰਸ਼ ਕੋਈ ਚੜ੍ਹਾਈਆਂ ਕਰ ਗਏ ਸਨ, ਕੁਝ ਮੌਜੂਦ ਸਨ, ਜਾਂ ਉਹਨਾਂ ਦੀ ਅਗਲੀ ਜਨਰੇਸ਼ਨ, ਅਗਲੀ ਪੀੜ੍ਹੀ
ਮਾਲਵੇ ਦੇ ਸਿੱਖ ਬਹੁਤ ਆਏ ਹਨ। ਸੰਗ ਅਨੇਕ ਗੁਰੂ ਸਿੱਖ ਲਿਆਇਓ। ਨਾਲ ਅਨੇਕਾਂ ਗੁਰਸਿੱਖਾਂ ਨੂੰ ਲੈ ਕੇ ਆਏ ਹਨ। ਇਤਿਆਦਿਕ ਜੇ ਗਿਆਨੀ ਭਏ। ਇਤਿਆਦਿਕ ਹੋਰ ਵੀ ਜਿਹੜੇ ਬ੍ਰਹਮ ਗਿਆਨੀ ਹੋਏ ਨੇ, ਮਹਾਪੁਰਸ਼ ਆਤਮ ਗਿਆਨੀ ਹੋਏ ਨੇ, ਗੁਰ ਤੇ ਮੰਜੀ ਪਦ ਕੋ ਲਏ। ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਮੰਜੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਸੋ ਸਭ ਆਏ ਗੁਰੂ ਕੇ ਦੁਆਰੇ। ਉਹ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਨਾਮੇ ਦੇ ਅਨੁਸਾਰ ਸਾਰੀਆਂ ਸੰਗਤਾਂ ਨੂੰ ਲੈ ਕੇ ਆਪਣੇ ਆਪਣੇ ਇਲਾਕੇ ਦੀਆਂ ਮਸੰਦ ਲੈ ਕੇ ਪਹੁੰਚੇ ਹਨ। ਭਈ ਭੀਰ ਬਹੁਪੁਰ ਪਰਵਾਰੇ। ਸ੍ਰੀ ਕੀਰਤਪੁਰ ਸਾਹਿਬ ਦੇ ਆਲੇ ਦੁਆਲੇ ਸੰਗਤਾਂ ਦੀ ਬੜੀ ਭੀੜ ਹੋ ਗਈ ਹੈ। ਦਰਸ਼ਨ ਕਰਹਿ ਅਕੋਰ ਚੜਾਵੈ। ਮਹਾਰਾਜ ਦੇ ਦਰਸ਼ਨ ਕਰਦੇ ਹਨ ਤੇ ਆਪਣੀਆਂ ਪ੍ਰੇਮ ਭੇਟਾਵਾਂ ਗੁਰੂ ਨੂੰ ਅਰਪਣ ਕਰਦੇ ਹਨ। ਮਨ ਬਾਂਛਤ ਸਿੱਖ ਸੰਗਤ ਪਾਵੈ। ਤੇ ਗੁਰੂ ਸਾਹਿਬ ਕੋਲੋਂ ਮਨ ਬਾਂਛਤ ਫਲ ਪਾਉਂਦੇ ਹਨ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਹਾਂਜੀ। ਮਦਰ ਦੇਸ਼ ਲਵਪੁਰ ਤੇ ਆਦ। ਮਦਰ ਦੇਸ਼ ਜਿਹਨੂੰ ਮਾਝਾ ਕਹਿੰਦੇ ਆ, ਲਾਹੌਰ ਸ਼ਹਿਰ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਇਸ ਮਾਝੇ ਦੀਆਂ ਸੰਗਤਾਂ, ਲਾਹੌਰ ਦੀਆਂ ਸੰਗਤਾਂ ਵੀ ਬਹੁਤ ਆਈਆਂ ਹਨ। ਸਿੱਖ ਆਏ ਦੇਖੇ ਅਹਿਲਾਦ। ਕਿਉਂਕਿ ਮਾਝਾ ਸਿੱਖੀ ਦਾ ਘਰ ਸੀਗਾ। ਗੁਰੂ ਮਹਾਰਾਜ ਜ਼ਿਆਦਾਤਰ ਮਾਝੇ ਵਿੱਚ ਹੀ ਰਹੇ ਹਨ। ਪੰਜਵੀਂ ਪਾਤਸ਼ਾਹੀ, ਚੌਥੀ, ਤੀਸਰੀ ਪਾਤਸ਼ਾਹੀ, ਤੇ ਮਾਝੇ ਦੇ ਸਿੱਖ ਜਿਹੜੇ ਹਨ ਉਹ ਵੀ ਆਏ ਹਨ। ਪ੍ਰਥਮ ਗਰਣ ਤੇ ਮੰਜੀ ਲਹੇ। ਜਿਨ੍ਹਾਂ ਨੇ ਗੁਰੂਆਂ ਕੋਲੋਂ ਮੰਜੀਆਂ ਲਈਆਂ ਸਨ। 22 ਮੰਜੀਆਂ ਤੀਸਰੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਸਨ। ਤੇ ਉਸ ਤੋਂ ਬਾਅਦ ਫਿਰ ਉਹ ਮੰਜੀਆਂ ਵੱਧਦੀਆਂ ਗਈਆਂ। ਕਹਿੰਦੇ ਹਨ ਵੀ ਗੁਰੂ ਰਾਮਦਾਸ ਜੀ ਦੇ ਸਮੇਂ ਮੰਜੀਆਂ ਦੀ ਗਿਣਤੀ 52 ਹੋ ਗਈ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਰ ਵੱਧ ਗਈਆਂ। ਜਿਹੜੇ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੋਏ, ਗੁਰੂ ਸਾਹਿਬ ਉਹਨਾਂ ਨੂੰ ਮੰਜੀ ਦਿੰਦੇ ਰਹੇ ਸਿੱਖੀ ਦਾ ਪ੍ਰਚਾਰ ਕਰਨ ਲਈ। ਉਹ ਸਾਰੇ ਮਸੰਦ ਕਹਾਉਂਦੇ ਸਨ। ਮਸਨਦ ਮੈਨੇ ਗੱਦੀ, ਜਿਹੜਾ ਮਸਨਦ ਉੱਤੇ ਬੈਠਦਾ ਹੈ ਉਸ ਨੂੰ ਕਹਿੰਦੇ ਨੇ ਮਸੰਦ। ਇਹ ਗੁਰੂ ਘਰ ਦੇ ਮਸੰਦ ਸੰਗਤਾਂ ਨੂੰ ਲੈ ਕੇ ਆਏ ਹਨ। ਪੰਚਹ ਤੇ ਜੀਵਤ ਜੇ ਰਹੇ। ਜਿਹੜੇ ਪੰਜੀਆਂ ਪਿਛਲੀਆਂ ਪਾਤਸ਼ਾਹੀਆਂ ਦੇ ਸਮੇਂ, 5 ਪਾਤਸ਼ਾਹੀਆਂ ਦੇ ਸਮੇਂ ਦੇ ਪੁਰਾਣੇ ਮਸੰਦ ਜਿਉਂਦੇ ਰਹੇ ਹਨ, ਬਚੇ ਹਨ ਅਜੇ ਤੱਕ। ਸੋ ਸਭ ਆਏ ਚਿਤਵਤ ਐਸੇ। ਉਹ ਸਾਰੇ ਹੀ ਆਏ ਨੇ। ਉਹਨਾਂ ਨੂੰ ਹੁਕਮਨਾਮਾ ਪਹੁੰਚਿਆ ਵੀ ਤੁਸੀਂ ਸਾਰਿਆਂ ਨੇ ਆਉਣਾ ਹੈ। ਉਹ ਸਾਰੇ ਇਹ ਸੋਚ ਕੇ ਵੀ ਗੁਰੂ ਸਾਹਿਬ ਨੇ ਸਾਨੂੰ ਸੱਦਿਆ ਹੈ, ਭਾਵੇਂ ਜਿੰਨਾ ਮਰਜ਼ੀ ਸਰੀਰ ਬਜ਼ੁਰਗ ਹੋ ਗਿਆ ਤਾਂ ਵੀ ਚੱਲੀਏ, ਗੁਰੂ ਸਾਹਿਬ ਦੇ ਦਰਸ਼ਨ ਕਰੀਏ। ਗਰਨਾ ਕਰੇ ਇਕੱਠੇ ਕੈਸੇ। ਗੁਰੂ ਨੇ ਪਤਾ ਨਹੀਂ ਕਿਉਂ ਬੁਲਾਇਆ। ਜੇ ਬੁਲਾਇਆ ਤੇ ਸਾਨੂੰ ਜਾਣਾ ਚਾਹੀਦਾ। ਕਈ ਬਜ਼ੁਰਗ ਸਨ 90-90 ਸਾਲਾਂ ਦੇ, 80-80 ਸਾਲਾਂ ਦੇ, ਉਹ ਵੀ ਆਪਣੇ ਸਰੀਰ ਨੂੰ ਤਗੜਾ ਕਰਕੇ ਗੁਰੂ ਵੱਲ ਤੁਰ ਪਏ ਹਨ। ਕਿਨਹੂ ਕਹਿਓ ਨਾ ਜਾਣੀ ਬਾਤ। ਆਪਸ ਵਿੱਚ ਗੱਲਾਂ ਕਰਦੇ ਨੇ। ਕਹਿੰਦੇ ਐਤਕੀ ਪਤਾ ਨਹੀਂ ਕਿਉਂ ਬੁਲਾਇਆ, ਕੋਈ ਕਾਰਨ ਨਹੀਂ ਦੱਸਿਆ, ਬਸ ਇੰਨਾ ਆਖਿਆ ਵੀ ਸੰਗਤਾਂ ਨੂੰ ਲੈ ਕੇ ਫਲਾਣੀ ਤਰੀਕ ਤੱਕ ਆ ਜਾਓ। ਹਾਂਜੀ। ਸੁਨ ਸੁਨ ਹੁਕਮ ਪਹੁੰਚ ਅਵਦਾਤ। ਜਿੱਥੇ ਜਿੱਥੇ ਹੁਕਮਨਾਮੇ ਪਹੁੰਚੇ ਨੇ ਉੱਥੋਂ ਉੱਥੋਂ ਸੰਗਤਾਂ ਤੁਰ ਪਈਆਂ ਨੇ। ਦੇਸ਼ ਦੁਆਬਾ ਪੁਨਹ ਪੁਆਦ। ਦੁਆਬਾ ਦੇਸ਼, ਜਲੰਧਰ, ਹੁਸ਼ਿਆਰਪੁਰ, ਫਗਵਾੜਾ, ਕਪੂਰਥਲਾ, ਨਵਾਂ ਸ਼ਹਿਰ, ਇਹ ਜਿਹੜਾ ਸਾਧ ਸੰਗਤ ਜੀ ਇਲਾਕਾ ਹੈ ਲੁਧਿਆਣੇ ਤੋਂ ਜਲੰਧਰ ਦੇ ਵਿਚਕਾਰ, ਬਿਆਸਾ ਤੇ ਸਤਲੁਜ ਦੇ ਵਿਚਕਾਰ, ਇਹਨੂੰ ਦੁਆਬਾ ਕਹਿੰਦੇ ਆ। ਇਹ ਦੁਆਬੇ ਦੀਆਂ ਸੰਗਤਾਂ ਬਹੁਤ ਆਈਆਂ ਹਨ। ਤੇ ਪੁਆਧ ਕਹਿੰਦੇ ਆ ਸਾਧ ਸੰਗਤ ਜੀ ਅਨੰਦਪੁਰ ਸਾਹਿਬ, ਚੰਡੀਗੜ੍ਹ, ਅੰਬਾਲਾ ਤੇ ਕੁਛ ਹਿੱਸਾ ਪਟਿਆਲੇ ਦਾ, ਰਾਜਪੁਰਾ, ਖੰਨਾ, ਤੇ ਇੱਧਰ ਚਲੇ ਜਾਓ ਜਮਨਾ ਨਗਰ, ਜਗਾਦਰੀ ਤੱਕ, ਥੱਲੇ ਭੇਵੇ ਤੱਕ, ਇਹਨੂੰ ਪੁਆਧ ਕਹਿੰਦੇ ਆ। ਇਹਨਾਂ ਦੀ ਬੋਲੀ ਪੁਆਧੀ ਹੈ ਵੀ ਪੰਜਾਬ ਹੈ। ਤੇ ਇੱਧਰ ਬਠਿੰਡੇ ਵਾਲਾ ਪਾਸਾ ਮਾਲਵਾ ਹੈ। ਸੋ ਜਿੰਨੇ ਵੀ ਪੰਜਾਬ ਦੇ ਇਲਾਕੇ ਹਨ, ਪਰ ਗ੍ਰਾਮਨ ਤੇ ਸੁਨ ਸਿੱਖ ਸਾਧ, ਉਥੋਂ ਸਿੱਖ ਸੰਗਤਾਂ, ਨਗਰ ਨਿਵਾਸੀ,
ਇਹ ਆਪਣੇ ਆਪਣੇ ਪਿੰਡਾਂ ਤੋਂ ਤੁਰ ਪਈਆਂ ਨੇ, ਮਸੰਦ ਸੰਗਤਾਂ ਨੂੰ ਲੈ ਕੇ ਆ ਰਹੇ ਨੇ। ਆਨ ਪਹੁੰਚੇ ਸਤਿਗੁਰਪੁਰ ਮੈਂ, ਆ ਕੇ ਗੁਰੂ ਦੀ ਨਗਰੀ ਕੀਰਤਪੁਰ ਸਾਹਿਬ ਡੇਰੇ ਲਾ ਲਏ ਨੇ। ਪੁਰ ਵਹਿ ਕਰਹਿ ਕਾਮਨਾ ਉਰਮ, ਜਿਹੜੀ ਜਿਹੜੀ ਮਨ ਦੀ ਕਾਮਨਾ ਸਤਿਗੁਰੂ ਜੀ ਪੂਰੀ ਕਰੀ ਜਾਂਦੇ ਐ। ਪੁਨ ਸਤਿਗੁਰ ਦਾਸੀ ਸਮਝਾਈ, ਫਿਰ ਗੁਰੂ ਸਾਹਿਬ ਨੇ ਆਪਣੀ ਦਾਸੀ ਨੂੰ ਸਮਝਾਇਆ, ਸੇਵਾਦਾਰਨੀ ਨੂੰ, ਪਠੀ ਨ ਖਾਟਿਗ ਸਗਲ ਸੁਨਾਈ। ਵੀ ਤੂੰ ਜਾ ਕੇ ਸਾਡੀ ਨੂੰਹ ਨੂੰ ਸਾਡਾ ਸੁਨੇਹਾ ਦੇ ਦੇ, ਸਮਝਾ ਦੇ ਵੱਡੀ ਨੂੰਹ ਨੂੰ। ਧੀਰ ਮਾਲ ਨਿਜ ਸੁਤ ਕੋ ਅਨਹ, ਉਹਨੂੰ ਕਹੋ ਵੀ ਤੂੰ ਜਾ ਕੇ ਕਰਤਾਰਪੁਰ ਤੋਂ ਆਪਣੇ ਪੁੱਤਰ ਧੀਰਮਲ ਨੂੰ ਲੈ ਕੇ ਆ। ਮਿਲ ਹੈ ਸਭਨ ਸੋ ਹੁਕਮ ਬਖਾਨਹ, ਉਹਨੂੰ ਹੁਕਮ ਸਾਡਾ ਇਹ ਦੇ, ਤੂੰ ਵੀ ਮਾਂ ਏ ਉਹਦੀ, ਸਮਝਾਓ ਉਹਨੂੰ, ਸਾਡੇ ਪੋਤੇ ਨੂੰ, ਵੀ ਸਾਰਿਆਂ ਨਾਲ ਮਿਲ ਕੇ ਰਵੇ ਤੇ ਕੀਰਤਪੁਰ ਸਾਹਿਬ ਆ ਜਾਵੇ। ਸਨ ਗਮਨੀ ਤਬ ਪੁਰ ਕਰਤਾਰ, ਮਾਤਾ ਨੱਤੀ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਵੱਡੀ ਨੂੰਹ, ਬਾਬੇ ਗੁਰਦਿੱਤੇ ਦੀ ਧਰਮ ਪਤਨੀ, ਸਤਿਗੁਰਾਂ ਦਾ ਹੁਕਮ ਮੰਨ ਕੇ ਕਰਤਾਰਪੁਰ ਚਲੀ ਗਈ ਜਲੰਧਰ। ਸਤ ਸੋ ਜਾਏ ਮਿਲੀ ਹਿਤ ਧਾਰ, ਔਰ ਜਾ ਕੇ ਆਪਣੇ ਪੁੱਤਰ ਨੂੰ ਜਲੰਧਰ ਕਰਤਾਰਪੁਰ ਮਿਲੀ ਹੈ। ਧੀਰ ਮਲ ਕੋ ਬਹੁ ਸਮਝਾਇਓ, ਧੀਰਮਲ ਨੂੰ ਸਮਝਾਉਂਦੀ ਹੈ ਮਾਤਾ ਨੱਤੀ, ਅਬ ਗਮਨਹੁ ਤੁਝ ਗੁਰੂ ਬੁਲਾਇਓ। ਦੇਖ ਪੁੱਤਰ ਧੀਰਮਲ, ਹੁਣ ਤੈਨੂੰ ਜਾਣਾ ਚਾਹੀਦਾ। ਪਿਤਾ ਦੇ ਭੋਗ ਤੇ ਤੂੰ ਗਿਆ ਨਹੀਂ ਸੀ, ਹੁਣ ਦਾਦਾ ਜੀ ਬੁਲਾਉਂਦੇ ਨੇ ਛੇਵੇਂ ਪਾਤਸ਼ਾਹ, ਤੇ ਤੈਨੂੰ ਜਾਣਾ ਚਾਹੀਦਾ ਹੈ। ਸ਼੍ਰੀ ਹਰਿ ਰਾਏ ਅਨੁਜ ਹੈ ਤੇਰੋ, ਸ੍ਰੀ ਹਰਿ ਰਾਏ ਤੇਰਾ ਛੋਟਾ ਭਰਾ ਹੈ। ਤਿਸ ਪਰ ਗੁਰ ਕੋ ਰੁਖ ਬਹੁ ਤੇਰੋ, ਛੋਟੇ ਤੇਰੇ ਵੀਰ ਤੇ ਗੁਰੂ ਸਾਹਿਬ ਦੀ ਜ਼ਿਆਦਾ ਦ੍ਰਿਸ਼ਟੀ ਹੈ, ਗੁਰੂ ਮਹਾਰਾਜ ਜ਼ਿਆਦਾ ਖਿਆਲ ਕਰਦੇ ਹਨ। ਲਖੀ ਜਾਏ ਅਰਬਿਤ ਤੀ ਬਾਤ, ਔਰ ਇਹ ਗੱਲ ਪ੍ਰਗਟ ਹੋ ਰਹੀ ਹੈ, ਇਹ ਜਾਣੀ ਜਾ ਰਹੀ ਹੈ, ਸਭ ਨੂੰ ਇਦਾਂ ਲੱਗ ਰਿਹਾ ਹੈ ਤਿਸ ਕੋ ਗੁਰਤਾ ਦੇ ਅਵਦਾਤ, ਕਿ ਗੁਰੂ ਮਹਾਰਾਜ ਗੱਦੀ ਤੇਰੇ ਛੋਟੇ ਭਰਾ ਨੂੰ, ਹਰਿ ਰਾਏ ਸਾਹਿਬ ਨੂੰ ਦੇਣਗੇ। ਉਂਚੇ ਨਿਕਟ ਰਹਿ ਅਨਸਾਰੀ, ਤਾਂ ਤੂੰ ਜੇ ਉਹਨਾਂ ਦੇ ਕੋਲ ਜਾ ਕੇ ਰਹੇਗਾ, ਉਹਨਾਂ ਦੇ ਅਨੁਸਾਰੀ ਬਣ ਕੇ ਰਹੇਗਾ ਪੁੱਤਰ, ਤੇ ਸੰਗਤਾਂ ਤੇਰਾ ਵੀ ਸਤਿਕਾਰ ਕਰਨਗੀਆਂ, ਜੇਸ਼ਟ ਭਰਾਤ ਮਹਾ ਮਤ ਧਾਰੀ। ਕਿਉਂਕਿ ਤੂੰ ਵੱਡਾ ਭਾਈ ਹੈ, ਸਿਆਣਾ ਹੈ। ਜੇ ਗੱਦੀ ਛੋਟੇ ਭਰਾ ਨੂੰ ਮਿਲ ਰਹੀ ਹੈ ਤਾਂ ਵੀ ਤੇਰੀ ਸਰਦਾਰੀ ਹੈ, ਛੋਟੇ ਭਾਈ ਨੇ ਤੇਰਾ ਸਤਿਕਾਰ ਕਰਨਾ ਹੈ, ਵੱਡੇ ਭਰਾ ਸਮਝ ਕੇ, ਤੇ ਸੰਗਤਾਂ ਵੀ ਤੇਰਾ ਸਤਿਕਾਰ ਕਰਨਗੀਆਂ। ਇੱਕ ਤੂੰ ਗੁਰੂ ਸਾਹਿਬ ਦਾ ਪੋਤਰਾ ਹੈ, ਇੱਕ ਤੂੰ ਗੁਰੂ ਹਰਾਏ ਸਾਹਿਬ ਦਾ ਵੱਡਾ ਭਾਈ ਹੈ। ਹਾਂਜੀ, ਉਚਿਤ ਅਹੈਗਾ ਦੀ ਪਰ ਬੈਠਨ, ਇਸ ਕਰਕੇ ਗੁਰਤਾ ਗੱਦੀ ਤੇ ਬੈਠਣਾ ਉਚਿਤ ਹੈ। ਸਿੱਖ ਸੰਗਤ ਸਭ ਕੀਨ ਇਕੱਠਨ, ਗੁਰੂ ਸਾਹਿਬ ਜੀ ਨੇ ਸੰਗਤਾਂ ਸਾਰੀਆਂ ਇਕੱਠੀਆਂ ਕੀਤੀਆਂ ਨੇ, ਸਭ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤ ਬੁਲਾਈ ਹੈ। ਪ੍ਰਿਥਕ ਰਹਿਨ ਤੁਝ ਕਿਉ ਬਨ ਆਵੈ, ਤੈਨੂੰ ਵੱਖਰੇ ਰਹਿਣਾ ਨਹੀਂ ਚਾਹੀਦਾ। ਜਦੋਂ ਸਾਰੇ ਆਏ ਨੇ, ਸਾਰੀ ਦੁਨੀਆ ਇਕੱਠੀ ਹੋਈ ਹੈ, ਸਾਰੇ ਮਸੰਦ ਆਏ ਨੇ, ਤੇ ਗੁਰੂ ਸਾਹਿਬ ਮਹਾਰਾਜ ਨੇ ਸਾਰਿਆਂ ਨੂੰ ਬੁਲਾਇਆ, ਤੈਨੂੰ ਵੀ ਬੁਲਾਇਆ। ਮੈਂ ਤੈਨੂੰ ਲੈਣ ਆਈ ਹਾਂ, ਤੇ ਮੈਨੂੰ ਗੁਰੂ ਮਹਾਰਾਜ ਨੇ ਆਪ ਕਹਿ ਕੇ ਭੇਜਿਆ ਹੈ। ਗੁਰ ਤੇ ਗੁਰਤਾ ਕਿਉ ਨਹਿ ਪਾਵੈ, ਵੇ ਪੁੱਤਰ ਧੀਰਮਲ, ਜੇ ਗੁਰਤਾ ਲੈਣੀ ਹੈ ਤੇ ਗੁਰੂ ਸਾਹਿਬ ਕੋਲ ਚੱਲ। ਜੇ ਤੂੰ ਸੇਵਾ ਕਰੇਗਾ, ਹੁਕਮ ਮੰਨੇਗਾ, ਤਾਂ ਕੀ ਪਤਾ ਗੁਰਿਆਈ ਤੈਨੂੰ ਹੀ ਮਿਲ ਜਾਵੇ। ਇਤਿਆਦਿਕ ਸਮਝਾਏ ਕਨੇਰਾ, ਇਸ ਤਰ੍ਹਾਂ ਮਾਂ ਨੇ ਆਪਣੇ ਪੁੱਤਰ ਨੂੰ ਧੀਰਮਲ ਨੂੰ ਸਮਝਾਇਆ, ਬਹੁਤ ਸਮਝਾਇਆ ਮਾਤਾ ਨੱਤੀ ਨੇ। ਧੀਰ ਮਲ ਸੁਨ ਕਰ ਤਿਸ ਬੇਰਾ, ਧੀਰਮਲ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਮੋਟਿਕ ਅਹ ਗ੍ਰੰਥ ਵਡਿਆਈ, ਕਹਿਣ ਲੱਗਾ, ਮਾਂ ਮੈਨੂੰ ਛੇਵੇਂ ਪਾਤਸ਼ਾਹ ਦੀ ਗੱਦੀ ਨਹੀਂ ਚਾਹੀਦੀ, ਮੈਨੂੰ ਉਹਨਾਂ ਤੋਂ ਕੁਛ ਨਹੀਂ ਮਿਲਣਾ, ਮੇਰੇ ਕੋਲ ਪਹਿਲਾਂ ਹੀ ਗੁਰਿਆਈ ਗੱਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ। ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੁੰਦੀ, ਉਹ ਗੁਰੂ ਹੀ ਹੁੰਦਾ ਹੈ। ਤਸੀ ਜੋਰ ਲਿਓ ਗੁਰਤਾ ਪਾਈ, ਤਾਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਜ਼ੋਰ ਨਾਲ ਗੁਰਿਆਈ ਪਾ ਲਾਂਗਾ, ਗੁਰਤਾ ਗੱਦੀ ਮੇਰੇ ਕੋਲ ਹੀ ਰਹੇਗੀ। ਅਹ ਬੜਨ ਕੀ ਬੜੀ ਨਿਸ਼ਾਨੀ, ਇਹ ਵੱਡਿਆਂ ਦੀ ਵੱਡੀ ਨਿਸ਼ਾਨੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਮੇਰੇ ਕੋਲ। ਸਿੱਖ ਸੰਗਤ ਅਸ ਕੋ ਨਹਿ ਮਾਨੀ, ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਮੇਰੇ ਪੜਦਾਦਾ ਜੀ ਦਾ ਖਜ਼ਾਨਾ ਬਾਣੀ ਦਾ ਮੇਰੇ ਕੋਲ ਹੈ। ਸਾਰੀ ਸੰਗਤ ਮੰਨੇਗੀ, ਕੋਈ ਇਨਕਾਰ ਕਰ ਹੀ ਨਹੀਂ ਸਕਦਾ ਮੇਰੀ ਗੁਰਤਾ ਗੱਦੀ ਤੇ। ਰਹਿਓ ਪ੍ਰਥਮ ਹੀ ਪ੍ਰਥਕ ਇਸੀ ਤੇ, ਮੈਂ ਇਸੇ ਕਰਕੇ ਵੱਖਰਾ ਰਹਿ ਗਿਆ। ਮੈਨੂੰ ਪਤਾ ਵੀ ਮੈਨੂੰ ਦਾਦਾ ਜੀ ਨੇ ਕੁਛ ਨਹੀਂ ਦੇਣਾ, ਮੈਂ ਤੇ ਆਪਣੇ ਜ਼ੋਰ ਨਾਲ ਹੀ ਗੁਰੂ ਬਣ ਜਾਣਾ ਹੈ। ਲੈ ਨਾ ਸਕੇ ਕੋ ਗ੍ਰੰਥ ਜਸੀ ਤੇ, ਕਿਉਂਕਿ ਮੈਨੂੰ ਪਤਾ ਜੀ ਮੈਂ ਉੱਥੇ ਜਾਵਾਂਗਾ ਤੇ ਗੁਰੂ ਗ੍ਰੰਥ ਸਾਹਿਬ ਵੀ ਮੇਰੇ ਤੋਂ ਖੋਹ ਲੈਣਗੇ,
ਤੇ ਜੇ ਗੁਰੂ ਗ੍ਰੰਥ ਸਾਹਿਬ ਮੇਰੇ ਕੋਲੋਂ ਚਲਾ ਗਿਆ ਤੇ ਫਿਰ ਮੇਰੇ ਕੋਲ ਕੀ ਰਹੇਗਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੇਰੇ ਕੋਲ ਹੈ, ਗੁਰੂ ਮੈਂ ਹੀ ਹਾਂ। ਤਰਕੇਸ਼ਰ ਸੋ ਮਮ ਬਨਿਆਈ, ਬਾਦਸ਼ਾਹ ਦੇ ਨਾਲ ਮੇਰੀ ਬਣ ਆਉਂਦੀ ਹੈ। ਪਰ ਰਾਖਾਂ ਅਸਵਾਰ ਚੜਾਈ, ਤੇ ਮੈਂ ਫੌਜ ਵੀ ਰੱਖੀ ਹੋਈ ਹੈ। ਬਾਦਸ਼ਾਹ ਦੀ ਵੱਲੋਂ ਮੈਨੂੰ ਬਹੁਤ ਸਾਰੀਆਂ ਸਪੋਰਟਾਂ ਮਿਲੀਆਂ ਹੋਈਆਂ ਨੇ। ਬਾਦਸ਼ਾਹ ਮੇਰਾ ਖਿਆਲ ਰੱਖਦਾ ਹੈ। ਦਿਓ ਨੌਕਰੀ ਬਿਗੜੈ ਨਾਹੀ, ਮੈਂ ਫੌਜ ਰੱਖੀ ਹੋਈ ਹੈ, ਉਹਨਾਂ ਨੂੰ ਮੈਂ ਤਨਖਾਹ ਦਿੰਦਾ ਹਾਂ ਤਾਂ ਕਿ ਉਹ ਮੇਰੇ ਨਾਲ ਵਿਗੜਨ ਨਾ। ਬਾਦਸ਼ਾਹ ਨਾਲ ਵੀ ਮੈਂ ਬਣਾ ਕੇ ਰੱਖੀ ਹੋਈ ਹੈ। ਬਾਦਸ਼ਾਹ ਨੇ ਵੀ ਮੈਨੂੰ ਬਹੁਤ ਸਾਰੀਆਂ ਬਾਡੀਗਾਰਡ ਵਗੈਰਾ ਸਹੂਲਤਾਂ ਦਿੱਤੀਆਂ ਹੋਈਆਂ ਨੇ। ਸੁਖ ਸੋ ਬਸੋ ਸਦਾ ਪਰਮਾਹੀ, ਇਸ ਕਰਕੇ ਮੈਂ ਇਸ ਨਗਰ ਕਰਤਾਰਪੁਰ 'ਚ ਸੁੱਖ ਨਾਲ ਰਹਿੰਦਾ। ਮੈਨੂੰ ਕੀ ਲੋੜ ਹੈ ਮੈਂ ਕੀਰਤਪੁਰ ਸਾਹਿਬ ਜਾਵਾਂ। ਇਮ ਸੁਨ ਪੁਨਨੇ ਤੀ ਸਮਝਾਇਓ, ਫਿਰ ਮਾਤਾ ਨਤੀ ਨੇ ਸਮਝਾਇਆ, ਤੂੰ ਬੁੱਧਵਾਨ ਕਰ ਹੈ ਮਨ ਭਾਇਓ। ਦੇਖ ਪੁੱਤਰ ਧੀਰਮਲ, ਤੂੰ ਬੁੱਧੀਮਾਨ ਹੈ, ਸਿਆਣਾ ਹੈ, ਤੂੰ ਕਰਨੀ ਤਾਂ ਆਪਣੀ ਮਰਜ਼ੀ ਹੈ। ਫਿਰ ਵੀ ਸੋਚ ਵਿਚਾਰ ਲੈ, ਜਿਹੜੀ ਗੁਰਿਆਈ ਗੱਦੀ ਆ ਇਸ ਵੇਲੇ ਤੇਰੇ ਦਾਦਾ ਜੀ ਕੋਲ ਹੈ। ਜਿਹਨੂੰ ਉਹ ਦੇ ਦੇਣਗੇ ਉਹਨੂੰ ਹੀ ਮਿਲੇਗੀ, ਦੂਸਰੇ ਨੂੰ ਨਹੀਂ ਮਿਲ ਸਕਦੀ। ਹਾਂਜੀ, ਤਉ ਵਿਚਾਰ ਹੇਰ ਮਨ ਮਾਹੀ, ਤੂੰ ਸਿਆਣਾ ਹੈ ਫਿਰ ਵੀ ਵਿਚਾਰ ਕਰ। ਬਿਗ੍ਰਹ ਕਹਾਂ ਗਏ ਗੁਰ ਪਾਹੀ, ਗੁਰੂ ਸਾਹਿਬ ਦੇ ਜਾਣ ਨਾਲ ਤੇਰਾ ਕੀ ਵਿਗੜੇਗਾ। ਵੱਡਿਆਂ ਦੇ ਪੈਰੀ ਪੈਣ ਨਾਲ ਵਿਗੜਦਾ ਨਹੀਂ ਹੁੰਦਾ, ਬਲਕਿ ਸੁਧਰਦਾ ਹੁੰਦਾ। ਗੁਰੂ ਮਹਾਰਾਜ ਦੇ ਕੋਲ ਜਾਣ ਨਾਲ ਤੇਰਾ ਬਹੁਤ ਭਲਾ ਹੋਵੇਗਾ। ਗ੍ਰੰਥ ਨ ਛੀਨਹਿ ਤਰਾਸ ਜੇ ਧਰਹੁ, ਹਾਂ, ਜੇ ਤੂੰ ਇਹ ਡਰਦਾ ਹੈ ਵੀ ਤੇਰੇ ਕੋਲੋਂ ਗੁਰੂ ਗ੍ਰੰਥ ਸਾਹਿਬ ਨਾ ਖੋਹ ਲੈਣ, ਹਾਂਜੀ, ਨਹਿ ਨਿਜ ਸੰਗ ਲਿਜਾਵਨ ਕਰਹੁ, ਤੂੰ ਗੁਰੂ ਗ੍ਰੰਥ ਸਾਹਿਬ ਨਾ ਲੈ ਜਾ, ਨਾਲ ਇੱਥੇ ਹੀ ਰਹਿਣ ਦੇ। ਤੂੰ ਇਕੱਲਾ ਚਲਾ ਚੱਲ, ਜਦੋਂ ਵਾਪਸ ਆਵੇਂਗਾ ਤੂੰ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਸਾਂਭ ਲਵੀਂ। ਇਸ ਕਰਕੇ ਤੂੰ ਮਨ ਵਿੱਚ ਇਹ ਨਾ ਸੋਚ, ਜੇ ਗੁਰ ਕਿਰਪਾ ਤੋਹੇ ਪਰ ਧਾਰਹਿ, ਜੇ ਗੁਰੂ ਸਾਹਿਬ ਤੇਰੇ ਤੇ ਕਿਰਪਾ ਕਰਦੇ ਨੇ, ਗੁਰਤਾ ਗਾਦੀ ਪਰ ਬੈਠਾ ਰਹਿ, ਗੁਰਤਾ ਗੱਦੀ ਤੇ ਤੈਨੂੰ ਬਿਠਾ ਦਿੰਦੇ ਨੇ, ਫਿਰ ਤੂੰ ਗੁਰੂ ਗ੍ਰੰਥ ਸਾਹਿਬ ਰੱਖ ਤੇ ਗੁਰੂ ਵੀ ਬਣ। ਦੋਵੇਂ ਹੱਥਾਂ 'ਚ ਲੱਡੂ ਹੋਣਗੇ। ਬਨਹਿ ਬਾਤ ਤੋ ਸਭ ਬਿਦ ਤੇਰੀ, ਫਿਰ ਤੇਰੀ ਹਰ ਤਰ੍ਹਾਂ ਨਾਲ ਗੱਲ ਬਣ ਜਾਏਗੀ। ਗੁਰਿਆਈ ਗੱਦੀ ਵੀ ਤੇਰੀ ਹੋਵੇਗੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਤੇਰਾ ਹੋਵੇਗਾ, ਕਰਤਾਰਪੁਰ ਵੀ ਤੇਰਾ ਹੋਏਗਾ ਤੇ ਕੀਰਤਪੁਰ ਵੀ ਤੇਰਾ ਹੋਏਗਾ। ਜਿਤ ਕਿਤ ਪੂਜਾ ਹੋਏ ਕਨੇਰੀ, ਜਿੱਥੇ ਕਿੱਥੇ ਬਹੁਤ ਸਾਰੀ ਪੂਜਾ ਹੋਵੇਗੀ ਤੇਰੀ। ਜੇ ਤਵ ਅਨੁਜ ਪਾਏ ਵਡਿਆਈ, ਜੇ ਤੇਰੇ ਪੁੱਤਰ ਨੂੰ ਵਡਿਆਈ, ਤੇਰੇ ਛੋਟੇ ਭਾਈ ਨੂੰ ਵਡਿਆਈ ਮਿਲੀ ਤਉ ਭਲੀ ਜਾਨਹੁ ਮਨ ਭਾਈ, ਤਾਂ ਵੀ ਭਲਾ ਹੀ ਹੈ। ਤੈਨੂੰ ਉਹਦੇ 'ਚ ਕੀ ਨੁਕਸਾਨ ਹੈ। ਭਰਾ ਨੂੰ ਗੁਰਤਾ ਗੱਦੀ ਮਿਲਦੀ ਤਾਂ ਵੀ ਤੇਰੀ ਚੌਧਰ ਹੈ। ਤੋਹਿ ਚਚੇ ਜੇ ਗੁਰਤਾ ਪਾਵਹਿ, ਜੇ ਤੇਰੇ ਚਾਚਿਆਂ ਨੂੰ ਮਿਲ ਗਈ ਫਿਰ ਤੂੰ ਕੀ ਕਰੇਗਾ। ਜੇ ਤੇਰਾ ਚਾਚਾ ਤੇਗ ਬਹਾਦਰ ਬਣ ਜਾਵੇ ਜਾਂ ਸੂਰਜਮਲ ਤੇਰਾ ਚਾਚਾ ਗੁਰੂ ਬਣ ਗਿਆ, ਫਿਰ ਆਪਣੇ ਟੱਬਰ 'ਚੋਂ ਗਈ। ਤੂੰ ਇਹ ਤਾਂ ਸੋਚ ਵੀ ਤੈਨੂੰ ਸੱਕੇ ਭਾਈ ਨੂੰ ਮਿਲਦੀ ਹੈ ਤੇ ਉਹਨਾਂ ਨੂੰ ਚਾਚਿਆਂ ਨੂੰ ਚਲੀ ਗਈ ਤੇ ਫਿਰ ਕੀ ਬਣੇਗਾ। ਦਸ ਹੈ ਗੁਰੂਤਾ ਦੋਹਿ ਨ ਬਿਠਾਵਹਿ, ਜੇ ਗੁਰੂ ਸਾਹਿਬ ਨੂੰ ਨਾਰਾਜ਼ ਕਰ ਲਿਆ ਤੇ ਤੈਨੂੰ ਵੀ ਨਹੀਂ ਗੱਦੀ ਦੇਣਗੇ, ਹਰ ਰਾਏ ਨੂੰ ਵੀ ਨਹੀਂ ਦੇਣਗੇ, ਤੇ ਕਿਤੇ ਸੂਰਜਮਲ ਨੂੰ ਦੇ ਦੇਣਗੇ ਜਾਂ ਛੋਟੇ ਨੂੰ ਤੇਗ ਬਹਾਦਰ ਨੂੰ ਦੇ ਦੇਣਗੇ, ਤੇਰੇ ਚਾਚੇ ਨੂੰ। ਹਾਂਜੀ, ਜਾਂ ਤੇ ਸਮਝ ਚਲੋ ਗੁਰ ਪਾਸ, ਇਸ ਕਰਕੇ ਪੁੱਤਰ ਸਿਆਣਾ ਬਣ ਤੇ ਗੁਰੂ ਮਹਾਰਾਜ ਦੀ ਸ਼ਰਨ ਪੈ ਜਾ। ਆਪਣਾ ਭਲਾ ਕਰੋ ਨਿਰਜਾਸ, ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਣੀ ਪੈ ਗਿਆ, ਆਪਣਾ ਭਲਾ ਸੋਚ ਲੈ। ਅਨਗਨ ਸੰਗਤ ਤਹ ਚਲ ਆਈ, ਉੱਥੇ ਬੜੀਆਂ ਸੰਗਤਾਂ ਚੱਲ ਕੇ ਆਈਆਂ ਹਨ। ਨਿਕਟ ਪਿਤਾਮੇ ਲੇਹੁ ਪੁਜਾਈ, ਚੱਲ ਕੇ ਆਪਣੇ ਦਾਦਾ ਜੀ ਕੋਲ ਤੂੰ ਵੀ ਪੂਜਾ ਕਰਾ ਲੈ। ਫੇਰ ਨ ਫੇਰ ਸਕੈ ਗੋ ਕਉ, ਜੇ ਗੁਰੂ ਸਾਹਿਬ ਨੇ ਤੇਰੀ ਮਾਨਤਾ ਕਰਾਤੀ ਫਿਰ ਤੇਰੀ ਕੋਈ ਖੋ ਨਹੀਂ ਸਕੇਗਾ। ਅਬ ਜੇ ਹੇਰ ਲਹਿੰਗੇ ਜੋ, ਜਿਹੜੇ ਹੁਣ ਵੇਖ ਲੈਣਗੇ ਉਹੀ ਸੰਗਤਾਂ ਮੰਨਣਗੀਆਂ ਵੀ ਉਹ ਜਿਹਨੂੰ ਪੱਗ ਗੁਰੂ ਸਾਹਿਬ ਨੇ ਬਣਾਈ ਹੈ ਉਹ ਗੁਰੂ ਹੈ। ਹਾਂਜੀ, ਗਾਦੀ ਦੇਹ ਕਿਦਉ ਨਹਿ ਦੇਹ, ਗੱਦੀ ਦੇਣ ਜਾਂ ਨਾ ਦੇਣ ਮੈਂ ਕੁਛ ਨਹੀਂ ਕਹਿ ਸਕਦੀ। ਨਿਜ ਪੁਜ ਵਾਵਨ ਬੈਠ ਕਰੇ ਹਾਂ, ਉਹ ਜੇ ਤੂੰ ਉਹਨਾਂ ਦੀ ਆਗਿਆ ਵਿੱਚ ਚੱਲੇਗਾ ਤੇਰੀ ਵੀ ਪੂਜਾ ਮਾਣ ਸਤਿਕਾਰ ਹੋਵੇਗਾ। ਇਮ ਸੁਨ ਕਰ ਹੋਇਓ ਅਬ ਤਿਆਰ, ਏਦਾਂ ਕਹਿ ਕੇ ਪੁੱਤਰ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਈ ਸਕਾਰ ਭਇਓ ਅਸਵਾਰ, ਕਹਿੰਦੇ ਸਵੇਰ ਹੋਈ ਤੇ ਤਿਆਰ ਹੋਇਆ ਵੀ ਧੀਰਮਲ, ਤਰਨ ਮਗ ਚਲ ਆਏ ਪਹੁੰਚਾ, ਔਰ ਸਾਧ ਸੰਗਤ ਦੀ ਮਾਂ ਦਾ ਕਹਿਣਾ ਮੰਨ ਕੇ ਕੀਰਤਪੁਰ ਸਾਹਿਬ ਆ ਗਿਆ। ਜਹਾਂ ਵਿਰਾਜ ਹੈ ਸਤਿਗੁਰ ਊਚਾ, ਜਿੱਥੇ ਛੇਵੇਂ ਪਾਤਸ਼ਾਹ ਵਿਰਾਜੇ ਸਨ ਉੱਚੇ ਪਾਤਸ਼ਾਹ, ਉੱਥੇ ਆ ਕੇ ਧੀਰਮਲ ਨੇ ਮੱਥਾ ਜਿਹਾ ਟੇਕਿਆ, ਪਰ ਦਿਲ ਦੇ ਵਿੱਚ ਖੋਟ ਉੱਦਾਂ ਹੀ ਹੈ।
ਅੱਗੇ ਆਪਾਂ ਸੁਣਾਂਗੇ ਉਹਦੀ ਖੁਟਿਆਈ ਦੀਆਂ ਗੱਲਾਂ, ਉਹਦੇ ਹੰਕਾਰ ਦੀਆਂ ਗੱਲਾਂ, ਅਤੇ ਗੁਰੂ ਸਾਹਿਬ ਮਹਾਰਾਜ ਉਹਦਾ ਫਿਰ ਉਹਨੂੰ ਕੀ ਫਲ ਦੇਣਗੇ, ਉਹ ਸਾਰੇ ਇਤਿਹਾਸ ਦੀ ਕਥਾ ਅੱਗੇ ਚੱਲੇਗੀ, ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।